ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਜਦੋਂ ਆਪਾਂ ਕਰਦੇ ਹਾਂ ਨਾ ਕਿਸੇ ਵੀ ਸੱਜਣ ਦੇ ਨਾਲ, ਤੇ ਯਕੀਨਨ ਉਸ ਮੁਲਾਕਾਤ ਦੇ ਵਿੱਚ ਉਸਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਨੇ, ਔਰ ਜਾਂ ਫਿਰ ਕਿਸੇ ਵਿਸ਼ੇ ਦੇ ਉੱਤੇ ਆਪਾਂ ਖੁੱਲ੍ਹ ਕੇ ਚਰਚਾ ਕਰਦੇ ਹਾਂ। ਪਰ 2020 ਅਜਿਹਾ ਸਮਾਂ ਆਇਆ ਜਦੋਂ ਚਰਚਾ ਦਾ ਵਿਸ਼ਾ ਇੱਕੋ ਚੀਜ਼ ਹੋ ਚੁੱਕੀ ਸੀ, ਹਾਏ ਕਰੋਨਾ, COVID-19 ਦਵਾਈ ਬਣੂਗੀ ਕਿ ਨਹੀਂ, ਕੀ ਬਣੂਗਾ ਇਸ ਸੰਸਾਰ ਦਾ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਬੜੀ ਜ਼ਿਆਦਾ ਟੈਨਸ਼ਨ ਹੋਣ ਲੱਗ ਗਈ, ਔਰ ਕੁਝ ਲੋਕਾਂ ਨੇ ਡਿਪਰੈਸ਼ਨ ਦੇ ਕਾਰਨ ਆਪਣੀ ਜਾਨ ਵੀ ਗਵਾਈ, ਔਰ ਕੁਝ ਬਹੁਤ ਸਾਰੇ ਸਟ੍ਰੈਸ ਦੇ ਵਿੱਚ ਚਲੇ ਗਏ। ਜਦੋਂ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਦਾ ਹੋਇਆ ਸਮਾਜ ਅਜਿਹੇ ਵਿਅਕਤੀਆਂ ਦੀ ਖੋਜ ਵਿੱਚ ਨਿਕਲਦਾ ਹੈ ਜੋ ਇਹਨਾਂ ਮੁਸੀਬਤਾਂ ਤੋਂ ਸਾਨੂੰ ਦੂਰ ਕੱਢ ਕੇ ਥੋੜ੍ਹਾ ਜਿਹਾ ਹਸਾ ਸਕਣ, ਥੋੜ੍ਹਾ ਜਿਹਾ ਮੁਸਕਰਾਹਟ ਦੇ ਸਕਣ, ਫਿਰ ਨਾ ਸਮਾਜ ਦੀ ਜਿਹੜੀ ਖੋਜ ਆ ਉਹ ਸੰਪੂਰਨ ਹੋ ਜਾਂਦੀ ਹੈ। ਸਾਡੀ ਵੀ ਅੱਜ ਖੋਜ ਸੰਪੂਰਨ ਹੋਈ ਹੈ, ਕਿਉਂਕਿ ਤੁਹਾਡੇ ਨਾਲ ਜਿਨ੍ਹਾਂ ਦੀ ਮੁਲਾਕਾਤ ਅਸੀਂ ਕਰਾਉਣ ਜਾ ਰਹੇ ਹਾਂ ਉਹ COVID-19 ਦੇ ਦੌਰਾਨ ਅਲੱਗ ਵੱਖਰੇ ਜਿਹੇ ਤਰੀਕੇ ਦੇ ਨਾਲ ਨਾ ਬੜੇ ਲੋਕਾਂ ਨੂੰ ਖੁਸ਼ੀ ਦਿੰਦੇ ਸੀ, ਬੜਿਆਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਉਂਦੇ ਸੀ। ਮੈਂ ਗੱਲ ਕਰ ਰਹੀ ਹਾਂ ਰਾਜੇਸ਼ ਭਗਤ ਹੋਣਾ ਦੀ। ਪਹਿਲਾਂ ਸਵਾਗਤ ਕਰਦੀ ਹਾਂ ਉਹਨਾਂ ਦਾ, ਫਿਰ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਨੇ ਕਿੱਦਾਂ ਜਿਹੜੀ ਇਹ ਖੁਸ਼ੀ ਹੈ ਸਾਰਿਆਂ ਦੇ ਚਿਹਰੇ 'ਤੇ ਲੈ ਕੇ ਆਉਂਦੀ ਹੈ। ਬਹੁਤ ਬਹੁਤ ਸਵਾਗਤ ਹੈ ਰਾਜੇਸ਼ ਭਗਤ ਜੀ। ਗੱਲ ਕਰ ਰਹੇ ਹਾਂ ਆਪਾਂ ਦਰਸ਼ਕਾਂ ਦੇ ਨਾਲ। ਖੁਸ਼ੀ ਲੈ ਕੇ ਆਉਂਦੇ ਹੋ ਹੈ ਨਾ ਤੁਸੀਂ। ਖੁਸ਼ੀ ਦਾ ਕਾਰਨ ਵੱਖਰੇ ਵੱਖਰੇ ਤਰੀਕੇ ਦਾ ਹੋ ਸਕਦਾ ਹੈ। ਕਿਸੇ ਨਾਲ ਗੱਲਾਂ ਕਰ ਲਓ, ਕਿਸੇ ਦੇ ਨਾਲ ਟਾਈਮ ਸਪੈਂਡ ਕਰ ਲਓ, ਗੇਮਸ ਖੇਲਣ ਚੱਲ ਜਾਓ ਜੀ। ਪਰ ਕਰੋਨਾ ਦੇ ਦੌਰਾਨ ਆਪਾਂ ਸਾਰਿਆਂ ਨੇ ਘਰਾਂ ਦੇ ਵਿੱਚ ਰਹਿਣਾ ਸੀ, ਬਾਹਰ ਨਹੀਂ ਸੀ ਜਾਣਾ, ਤੇ ਸੰਗੀਤ ਨੂੰ ਬਹੁਤ ਵੱਡੀ ਦਵਾ ਮੰਨਿਆ ਜਾਂਦਾ ਹੈ। ਸੰਗੀਤ ਦੁਆ ਵੀ ਹੈ, ਸੰਗੀਤ ਦਵਾ ਵੀ ਹੈ, ਸੰਗੀਤ ਰੌਣਕ ਵੀ ਹੈ। ਤੇ ਰਾਜੇਸ਼ ਭਗਤ ਹੋਣੀ ਕਰੋਨਾ ਦੇ ਦੌਰਾਨ ਆਪਣੇ ਫੇਸਬੁੱਕ ਦੇ ਉੱਤੇ ਰੋਜ਼ ਲਾਈਵ ਹੁੰਦੇ ਸੀ, ਔਰ ਸੁਣਨ ਵਾਲਿਆਂ ਨੂੰ ਵੱਖਰੇ ਵੱਖਰੇ ਤਰੀਕੇ ਦੇ ਗਾਣੇ ਸੁਣਾਉਂਦੇ ਸੀ, ਔਰ ਹਰ ਬੰਦੇ ਦੇ ਅੰਦਰ ਇੱਕ ਹੁੰਦਾ ਸੀਗਾ ਕਿ ਕਦੋਂ ਤੁਸੀਂ ਲਾਈਵ ਹੋਣਾ, ਕਦੋਂ ਤੁਹਾਡੇ ਗਾਣੇ ਸੁਣੇ ਜਾਣ। ਪਹਿਲਾ ਸਵਾਲ ਯਕੀਨਨ ਇਹ ਬਣ ਜਾਂਦਾ ਹੈ ਕਿ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਕਿ ਮੈਂ ਹੁਣ ਲੋਕੀ ਇੰਨੇ ਦੁਖੀ ਆ, ਮੈਂ ਆਹ ਕਿੱਤਾ ਫੜਾਂ। ਮੇਰਾ ਜਿਹੜਾ ਮਿਊਜ਼ਿਕ ਦੇ ਪ੍ਰਤੀ ਹੈ ਇਹ ਮੇਰਾ ਬਚਪਨ ਤੋਂ ਹੀ ਮੇਰਾ ਪੈਸ਼ਨ ਹੈ। ਮੈਂ ਪ੍ਰੋਫੈਸ਼ਨਲੀ ਮੈਂ ਇੰਜੀਨੀਅਰ ਹਾਂ ਵੈਸੇ ਮੈਂ। ਤੇ ਕਰੋਨਾ ਤੋਂ ਪਹਿਲਾਂ ਮੇਰਾ ਰੂਟੀਨ ਇਹ ਸੀ ਕਿ ਸਾਨੂੰ ਰੂਟੀਨ ਦੇ ਵਿੱਚ ਸਾਡੇ ਸ਼ੋਜ਼ ਵਗੈਰਾ ਹੁੰਦੇ ਨੇ, ਆਲ ਓਵਰ ਇੰਡੀਆ ਅਸੀਂ ਜਾਂਦੇ ਹਾਂ। ਕੁਝ ਜੱਜਮੈਂਟ ਵਗੈਰਾ ਵੀ ਕਾਫੀ ਸਕੂਲਾਂ ਕਾਲਜਾਂ ਦੀ, ਤੇ ਦੂਰਦਰਸ਼ਨ ਤੇ ਹੋਰ ਚੈਨਲਾਂ 'ਤੇ ਮੇਰੇ ਕਾਫੀ ਮੈਂ ਪਰਫਾਰਮ ਕਰਦਾ ਰਹਿਣਾ। ਲੇਕਿਨ ਹੁਣ ਕਰੋਨਾ ਦੇ ਦੌਰਾਨ ਸਾਰਾ ਕੁਝ ਖਤਮ ਹੋ ਗਿਆ ਜੀ, ਤੇ ਮੈਨੂੰ ਵੀ ਲੱਗਾ ਕਿ ਟਾਈਮ ਵੀ ਕਾਫੀ ਹੈ। ਔਰ ਮੈਂ ਪਹਿਲੇ ਦਿਨ ਲਾਈਵ ਹੋਇਆ ਵੈਸੇ ਹੀ ਇੱਕ ਟਰਾਇਲ ਵਾਸਤੇ ਕਿ ਲਾਈਵ ਹੋਣਾ, ਤੇ ਉਸ ਤੋਂ ਬਾਅਦ ਕੁਝ ਦੋਸਤਾਂ ਦੇ ਫੋਨ ਵੀ ਆਏ ਕਿ ਤੁਸੀਂ ਇਹਨੂੰ ਕੰਟੀਨਿਊ ਰੱਖੋ। ਮੈਨੂੰ ਵੀ ਲੱਗਾ ਕਿ ਅਸੀਂ ਵੀ ਇੱਕ ਕਲਾਕਾਰ ਹਾਂ, ਤੇ ਅਸੀਂ ਵੀ ਕੁਝ ਆਪਣੇ ਤਰੀਕੇ ਨਾਲ ਆਪਣਾ ਯੋਗਦਾਨ ਪਾਉਂਦੇ ਹਾਂ ਕਿ ਬਾਕੀ ਵੀ ਜਿਹੜੇ ਲੱਗੇ ਹੋਏ ਨੇ ਸਾਰੇ ਲੋਕ ਕਰੋਨਾ ਦੇ ਵਿੱਚ ਸੇਵਾ ਕਰ ਰਹੇ ਅਲੱਗ-ਅਲੱਗ ਫੀਲਡ ਦੇ ਵਿੱਚ, ਤੇ ਅਸੀਂ ਕਲਾਕਾਰ ਲੋਕ ਤੇ ਐਂਟਰਟੇਨ ਹੀ ਕਰ ਸਕਦੇ ਹਾਂ ਜੀ। ਤੇ ਮੈਂ ਇਸ ਤਰ੍ਹਾਂ ਫਿਰ ਮੈਂ ਸ਼ੁਰੂ ਕੀਤਾ, ਉਹਦਾ ਰਿਸਪੌਂਸ ਅੱਛਾ ਆਇਆ ਜੀ, ਲੋਕ ਜੁੜਨ ਲੱਗ ਪਏ ਆਲ ਓਵਰ ਵਰਲਡ ਤੋਂ ਹੀ, ਤੇ ਅਜੇ ਤੱਕ ਕੰਟੀਨਿਊ ਮੈਂ ਕਰ ਰਿਹਾ। ਮੈਂ ਪੇਸ਼ੇ ਦਾ ਇੱਕ ਇੰਜੀਨੀਅਰ ਹੈ ਤੇ ਉਸਨੂੰ ਸੰਗੀਤ ਦੇ ਨਾਲ ਲਗਾਵ ਹੋ ਜਾਂਦਾ, ਕਿਉਂਕਿ ਸੰਗੀਤ ਜਿਹੜਾ ਹੈ ਉਹ ਤੁਹਾਡਾ ਜਾਤ ਧਰਮ ਮਜ਼ਹਬ ਕੁਝ ਨਹੀਂ ਦੇਖਦਾ, ਸੰਗੀਤ ਸਿਰਫ ਪਿਆਰ ਦੇਖਦਾ ਹੈ। ਤੇ ਇੱਕ ਪੇਸ਼ੇ ਦਾ ਇੰਜੀਨੀਅਰ ਹੈ, ਔਰ ਕਰੋਨਾ ਦੇ ਦੌਰਾਨ ਜਿਹੜੇ ਇੰਜੀਨੀਅਰ ਨੇ ਖਾਸ ਤੌਰ 'ਤੇ ਜਿਹੜੇ ਚੈਨਲਸ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਛੁੱਟੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਤਾਂ ਰੋਜ਼ ਆਫਿਸ ਜਾਣਾ ਪੈਂਦਾ ਸੀ। ਫਿਰ ਉਹਦੇ ਲਈ ਵੀ ਸਮਾਂ ਕੱਢਣਾ ਜੀ। ਮੈਂ ਆਫਿਸ 'ਤੇ ਰੋਜ਼ ਜਾਂਦਾ ਸੀ ਜੀ, ਕਿਉਂਕਿ ਉਸ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਸਪੈਸ਼ਲੀ ਜਿਹੜੇ ਡਾਕਟਰ, ਨਰਸਿਸ, ਮੀਡੀਆ ਕਰਮੀ, ਪੁਲਿਸ, ਇਹ ਸਾਰਿਆਂ ਦੀ ਤਾਂ ਡਿਊਟੀਆਂ ਸਗੋਂ ਜ਼ਿਆਦਾ ਸੀ ਇਹਨਾਂ ਦੀਆਂ। ਜਦੋਂ ਵੀ ਇਹਨਾਂ ਦੀਆਂ ਸਪੈਸ਼ਲ ਡਿਊਟੀਜ਼ ਜਿਸ ਕਰਕੇ ਐਸੈਂਸ਼ੀਅਲ ਸਰਵਿਸਿਜ਼ ਵਿੱਚ ਆਉਂਦੇ ਆ ਨਾ ਜੀ, ਤੇ ਰੂਟੀਨ ਦੇ ਵਿੱਚ ਰੋਜ਼ ਹੀ ਚਾਹੀਦਾ ਸੀ ਜੀ। ਪਰ ਇਹਦੇ ਬਾਵਜੂਦ ਵੀ ਇੰਨਾ ਟਾਈਮ ਹੁੰਦਾ ਸੀ ਕਿ ਮਤਲਬ ਰੋਜ਼ ਮੈਂ ਤਿਆਰੀ ਕਰਕੇ ਮੈਂ ਆਪਣੇ ਸੌਂਗ ਜਿਹੜੇ ਨੇ ਉਹ ਜਿਹੜੇ ਪਬਲਿਕ ਦੀ ਡਿਮਾਂਡ ਹੁੰਦੀ ਸੀ ਕਿ ਇਹ ਸੌਂਗ ਹੈਗੇ ਨੇ, ਉਹ ਫਿਰ ਮੈਂ ਨੋਟ ਕਰਦਾ ਰਹਿੰਦਾ ਸੀ ਸੌਂਗਸ। ਉਹਨਾਂ ਨੂੰ ਮੈਂ ਇੱਕ ਚਾਰਟ ਬਣਾ ਲੈਂਦਾ ਸੀ ਕਿ ਪੈਂਡਿੰਗ ਦੇ ਵਿੱਚ, ਕਿ ਰੋਜ਼ ਮੈਂ 2 ਜਾਂ 3 ਗਾਣੇ ਮੈਂ ਨਵੇਂ ਲੈਂਦਾ ਸੀ ਜਿਹੜੇ ਪਬਲਿਕ ਦੀ ਡਿਮਾਂਡ ਹੁੰਦੀ ਸੀ, ਕੁਝ ਪੁਰਾਣੇ ਰਿਪੀਟ ਕਰਕੇ, ਤੇ ਉਹਦੀ ਤਿਆਰੀ ਕਰਦਾ ਸੀ ਮੈਂ ਰੋਜ਼। ਤੇ ਮੇਰਾ ਕੋਈ ਤਕਰੀਬਨ 40 ਤੋਂ 45 ਮਿੰਟ ਦਾ ਲਾਈਵ ਡੇਲੀ ਅਜੇ ਵੀ ਚੱਲ ਰਿਹਾ। ਮੈਂ ਹੁਣ ਵੀ ਇਸ ਤਰ੍ਹਾਂ ਰੂਟੀਨ ਦੇ ਵਿੱਚ ਕਰਦਾ ਮੈਂ, ਤੇ ਬੜਾ ਵਧੀਆ ਚੱਲ ਰਿਹਾ, ਕੋਈ ਦਿੱਕਤ ਨਹੀਂ ਹੈ। ਟਾਈਮ ਬੜੀ ਆਸਾਨੀ ਨਾਲ ਨਿਕਲ ਜਾਂਦਾ। ਉਹ ਲਾਕਡਾਊਨ ਦੇ ਦਿਨਾਂ 'ਚ ਤੇ ਇੰਨਾ ਟਾਈਮ ਹੁੰਦਾ ਸੀ ਕਿ ਲੋਕੀ ਕਹਿੰਦੇ ਆ ਕਿ ਬੋਰੀਅਤ, ਤੇ ਮੈਂ ਸੋਚਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ, ਕਿਉਂਕਿ ਰਿਕਾਰਡਿੰਗ ਉਹ ਮਤਲਬ ਲਾਈਵ ਹੋਣ ਵਾਸਤੇ 4-5 ਘੰਟੇ ਦਾ ਪਿੱਛੇ ਇੰਨਾ ਮਿਹਨਤ ਹੁੰਦੀ ਸੀ। ਲਾਈਵ ਹੋਣ ਤੋਂ ਪਹਿਲਾਂ ਗਾਣੇ ਸਿਲੈਕਟ ਕਰਨੇ ਨੇ, ਉਹਨਾਂ ਦੇ ਟਰੈਕ ਦੇਖਣੇ, ਖੁਦ ਟਰੈਕ ਬਣਾਉਣੇ ਨੇ, ਉਸ ਤੋਂ ਬਾਅਦ ਫਿਰ ਸਕੇਲ ਨੋਟ ਕਰਨੇ ਨੇ, ਉਹਨਾਂ ਦੀ ਗਾਣੇ ਦਾ
ਬਰੀਫ ਸਾਰਾ ਲੈਣਾ ਹੈ ਤੇ ਉਸ ਤੋਂ ਬਾਅਦ ਫਿਰ ਉਹ origignal ਗਾਣੇ ਸੁਣਨੇ ਨੇ ਕਿ ਨੋਟਸ ਵਗੈਰਾ ਬੜੀ ਬਰੀਕੀ ਦੇ ਵਿੱਚ ਉਹ ਆਉਣੇ ਚਾਹੀਦੇ ਨੇ ਸਾਰੇ ਜੀ ਹੈ ਨਾ। ਉਹ ਕਿ ਉਹਦੇ ਵਿੱਚ ਜੇ ਅਸੀਂ ਕਿਸੇ ਨੂੰ ਰਫੀ ਸਾਹਿਬ ਨੂੰ ਗਾ ਰਹੇ ਹਾਂ ਤਾਂ ਉਹੀ ਚੀਜ਼ ਆਏ ਕਿ ਆਪਣਾ ਨਹੀਂ ਫਿਰ। ਤੇ ਉਸ ਤੋਂ ਇਲਾਵਾ ਫਿਰ ਉਹਨਾਂ ਨੂੰ ਆਪ ਵੀ 3-4 ਵਾਰੀ ਹਰ ਗਾਣੇ ਨੂੰ ਗਾ ਕੇ ਦੇਖਣਾ। ਇੰਨਾ ਸਮਾਂ ਮਤਲਬ ਲੱਗਦਾ ਸੀ ਤੇ ਮੈਨੂੰ ਤੇ ਬੋਰੀਅਤ ਤੇ ਕਿ ਮੇਰੇ ਕੋਲ ਟਾਈਮ ਹੀ ਨਹੀਂ ਸੀ। ਲਗਾਤਾਰ 300 ਦਿਨ ਗਾਣੇ ਗਾਉਣੇ ਔਰ ਹਲੇ ਤੱਕ ਤੁਸੀਂ ਗਾ ਰਹੇ ਹੋ, ਪ੍ਰੈਕਟਿਸ ਕਿੱਦਾਂ ਟਾਈਮ ਮੈਨੇਜ? ਪ੍ਰੈਕਟਿਸ ਮੇਰਾ ਸਵੇਰੇ ਤੇ ਰੂਟੀਨ ਹੁੰਦਾ ਜੀ। ਮੈਂ ਭਾਵੇਂ ਕੋਈ ਮੇਰਾ ਕੋਈ ਪ੍ਰੋਗਰਾਮ ਹੋਵੇ ਜਾਂ ਨਾ, ਜੀ, ਕਿ ਉਹ ਡੇਲੀ ਮਤਲਬ 1 ਘੰਟਾ ਤਾਂ ਮੈਂ ਮਤਲਬ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਹਾ ਕੇ ਤੇ ਉਹ ਸਾਡੀ ਬੰਦਗੀ ਹੈ ਜੀ। ਅਸੀਂ ਜਿਹੜਾ ਅਸੀਂ ਸੁਰ ਦਾ ਅਸੀਂ ਤਾਨਪੁਰ ਨਾਲ ਅਭਿਆਸ ਕਰੀਦਾ, ਉਹ ਤੇ ਹੁੰਦਾ ਹੀ ਹੈ। ਭਾਵੇਂ ਕੁਛ ਕਿਸੇ ਦਿਨ ਕੋਈ ਨਹੀਂ ਵੀ ਪ੍ਰੋਗਰਾਮ ਤੇ ਸਵੇਰੇ ਨਹਾ ਕੇ ਫਿਰ ਬ੍ਰੇਕਫਾਸਟ ਕਰਕੇ ਆਪਣਾ ਰੂਟੀਨ ਦੇ ਵਿੱਚ ਆਪਣਾ ਰਿਆਜ਼ ਕਰਕੇ ਬ੍ਰੇਕਫਾਸਟ ਕਰਕੇ ਫਿਰ ਹੀ ਆਫਿਸ ਨਿਕਲਦੇ। ਇਹ ਤੇ ਰੂਟੀਨ ਹੀ ਹੈ। ਉਸ ਤੋਂ ਇਲਾਵਾ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੌੜਾਕ ਜਿਹੜਾ 20 ਮੀਲ ਰੋਜ਼ ਪ੍ਰੈਕਟਿਸ ਕਰਦਾ ਹੈ ਤੇ ਉਹਨੂੰ ਜੇ 10 ਮੀਲ ਰੋਜ਼ ਭੱਜਣਾ ਪੈ ਜੇ ਤੇ ਉਹ ਕੋਈ ਗੱਲ ਨਹੀਂ, ਸਟੈਮਿਨਾ ਹੁੰਦਾ ਜੀ। ਇਸ ਕਰਕੇ ਉਹ ਰੂਟੀਨ ਦੇ ਵਿੱਚ ਹੀ ਕਈ ਵਾਰੀ ਹੁੰਦਾ ਕਿ ਤਿਆਰੀ ਨਹੀਂ ਵੀ ਸੀ ਹੁੰਦੀ, ਮੰਨ ਲਓ ਜਿਸ ਦਿਨ ਜ਼ਿਆਦਾ ਆਫਿਸ ਦੇ ਵਿੱਚ ਕੰਮ ਹੈ ਜਾਂ ਕੋਈ ਹੋਰ ਘਰੇਲੂ ਕੰਮ ਹੈ ਤੇ ਸਿੱਧਾ ਵੀ ਲਾਈਵ ਹੋ ਜਾਂਦਾ ਸੀ ਕਿ ਪੁਰਾਣੇ ਜਿਹੜੇ ਗਾਣੇ ਸੀ ਉਹ ਰਿਪੀਟ ਕਰ ਦਿੰਦੇ ਸੀ ਕਿ ਇੰਨਾ ਜ਼ਰੂਰੀ ਨਹੀਂ ਹੈ ਕਿ ਉਹਦੇ ਵਾਸਤੇ ਕਿ ਤਿਆਰੀ ਜ਼ਿਆਦਾ ਚਾਹੀਦੀ ਹੈ, ਤਾਂ ਫਿਰ ਰੂਟੀਨ ਦੇ ਵਿੱਚ ਆ ਜਾਂਦਾ ਹੈ। ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਚਲੋ ਪ੍ਰੈਕਟਿਸ ਤੋਂ ਬਾਅਦ ਲਾਈਵ ਹੁੰਦੇ ਹੋ, ਲਾਈਵ ਦੇ ਦੌਰਾਨ ਕਦੇ ਇਦਾਂ ਵੀ ਹੋਇਆ ਕਿ ਤੁਸੀਂ ਪਹਿਲਾਂ ਕਿਸੇ ਹੋਰ ਗਾਣੇ ਦੀ ਫਰਮਾਇਸ਼ ਮਤਲਬ ਕਿ ਪਹਿਲਾਂ ਕਿਸੇ ਹੋਰ ਗਾਣੇ ਦੀ ਪ੍ਰੈਕਟਿਸ ਕੀਤੀ ਹੋਈ ਹੈ ਔਰ ਡਿਊਰਿੰਗ ਲਾਈਵ ਤੁਹਾਨੂੰ ਫਰਮਾਇਸ਼ ਆ ਰਹੀਆਂ ਕਿ ਆਹ ਸੁਣਾ ਦਿਓ ਭਗਤ ਸਾਹਿਬ, ਆਹ ਸੁਣਾ ਦਿਓ? ਹਾਂਜੀ ਹਾਂਜੀ, ਇਸ ਤਰ੍ਹਾਂ ਹੁੰਦਾ ਜੀ। ਕਿਉਂਕਿ ਸ਼ਡਿਊਲ ਦੇ ਵਿੱਚ ਤੇ ਅਸੀਂ ਪਹਿਲਾਂ ਸੋਚਿਆ ਹੁੰਦਾ ਕਿ ਅੱਜ ਇਹ ਗਾਣੇ ਗਾਣੇ ਆ, ਲੇਕਿਨ ਉਹ ਕਈ ਵਾਰੀ ਹੈ ਕਿ ਜਿਹੜੇ ਬਹੁਤ ਹੀ ਦਰਸ਼ਕ ਜੁੜਦੇ ਨੇ ਉਹ ਫਿਰ ਕਰ ਦੇਣ ਔਰ ਅਸੀਂ ਦੇਖੀਦਾ ਕਿ ਚਲੋ ਇਹ ਆਲਰੇਡੀ ਇਹ ਗਾਇਆ ਹੋਇਆ ਗਾਣਾ ਤੇ ਕੋਈ ਦਿੱਕਤ ਨਹੀਂ ਹੈ ਤੇ ਫਿਰ ਉਸੇ ਵੇਲੇ ਵੀ ਉਹ ਪੂਰੀਆਂ ਕਰੀਆਂ। ਫਿਰ ਕੋਈ ਦੂਸਰਾ ਗਾਣਾ ਕੋਈ ਵਿੱਚ ਚੱਲਦੇ ਚੱਲਦੇ ਡ੍ਰੌਪ ਕਰਨੇ ਪੈਂਦੇ ਨੇ। ਤੇ ਕਈ ਵਾਰੀ ਹੁੰਦਾ ਕਿ ਜਦੋਂ ਡਿਮਾਂਡ ਹੁੰਦੀ ਹੈ ਕਿ ਤੁਸੀਂ ਕੰਟੀਨਿਊ ਕਰੋ ਫਿਰ ਕੰਟੀਨਿਊ ਵੀ ਕਰੀਦਾ ਜੀ। ਕਿ ਮੈਂ ਦੇਖਿਆ ਰਫੀ ਸਾਹਿਬ ਦੀ ਬਰਸੀ ਸੀ 31 ਜੁਲਾਈ ਨੂੰ ਤੇ ਪਹਿਲੋਂ 1-2 ਚੈਨਲ ਸੀ ਅਮਰੀਕਾ ਦੇ, ਉਹਨਾਂ ਤੇ ਮੈਂ ਸਵੇਰੇ ਲਾਈਵ ਕੀਤਾ 2 ਘੰਟੇ ਜੀ, ਦੁਪਹਿਰੀ ਫਿਰ 1 ਘੰਟਾ ਕੀਤਾ, 3 ਘੰਟੇ ਹੋ ਗਏ। ਉਸ ਤੋਂ ਬਾਅਦ ਸ਼ਾਮੀ ਮੇਰਾ ਆਪਣਾ ਸੀ ਲਾਈਵ, ਉਹ ਮੈਂ 1 ਘੰਟੇ ਦਾ ਸ਼ਡਿਊਲ ਸੋਚਿਆ ਸੀ 1 ਘੰਟੇ ਦਾ ਤੇ ਉਹ ਮੇਰੇ ਖਿਆਲ ਕਿ ਉਹ ਲਾਈਵ ਜਿਹੜੇ ਉਸ ਟਾਈਮ 1000 ਤੋਂ ਜ਼ਿਆਦਾ ਦੇਖ ਰਹੇ ਸੀ, ਜਿਨ੍ਹਾਂ ਦੀ ਡਿਮਾਂਡ ਸੀ ਕਿ ਤੁਸੀਂ ਕੰਟੀਨਿਊ ਰੱਖੋ। ਤੇ 1.5 ਘੰਟਾ ਹੋ ਗਿਆ ਤੇ ਫਿਰ ਮੈਂ ਅਨਾਉਂਸ ਕੀਤਾ ਕਿ ਮੈਂ ਮੇਰੇ ਖਿਆਲ 'ਚ ਸਾਰੇ ਬੋਰ ਹੁੰਦੇ ਹੋਣਗੇ, ਮੈਂ ਬੰਦ ਕਰਨਾ ਕਰਨਾ ਚਾਹੁੰਦਾ ਕਿਉਂਕਿ ਹੁਣ 11 ਵੱਜ ਗਏ ਨੇ, ਬਾਕੀਆਂ ਕੁਛ ਡਿਨਰ ਵੀ ਕਰਨਾ। ਤੇ ਉਹ ਕਮੈਂਟ ਆ ਰਹੇ ਸੀ ਕਿ ਨਹੀਂ ਸਾਹੀਂ ਡਿਨਰ ਨਹੀਂ ਸਾਨੂੰ ਚਾਹੀਦਾ, ਤੁਸੀਂ ਕੰਟੀਨਿਊ ਰੱਖੋ ਜੀ। ਤੇ ਯਾਨੀ ਕਿ ਮੇਰਾ ਉਸ ਦਿਨ ਮੈਂ 4 ਘੰਟੇ ਮੈਂ ਸ਼ਾਮੀ ਮੈਂ ਗਾਇਆ। ਓ ਮਾਈ ਗॉड। ਤੇ ਉਸ ਦਿਨ ਤੇ ਮੇਰਾ 8-10 ਘੰਟੇ ਲਗਾਤਾਰ ਮਤਲਬ ਗਾਣਾ ਪਿਆ। ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਜੀ ਜੀ ਜੀ, ਦਰਸ਼ਕ ਜਿਹੜੇ ਉਹਨਾਂ ਦੀ ਜਿਹੜੀਆਂ ਉਹ ਉਮੀਦਾਂ ਤੇ ਖਰਾ ਉਤਰਨਾ ਪੈਂਦਾ ਹੈ, ਇਸ ਤਰ੍ਹਾਂ ਕਈ ਵਾਰ ਹੋ ਜਾਂਦਾ ਹੈ। ਤੇ ਹੁਣ ਸਾਨੂੰ ਕੀ ਸੁਣਾਓਗੇ ਤੁਸੀਂ? ਤੁਸੀਂ ਜੋ ਕਹੋਗੇ, ਜੋ ਸੁਣਾਉਣਾ ਸੁਣਾ ਦਿਓ, ਜੋ ਮਨ ਕਰਦਾ ਤੁਹਾਡਾ। क्या हुआ तेरा वादा, वो कसम वो इरादा, भूलेगा दिल जिस दिन तुम्हें, वो दिन जिंदगी का आखिरी दिन होगा। क्या हुआ तेरा वादा, वो कसम वो इरादा, याद है मुझको तूने कहा था तुमसे नहीं रूठेंगे कभी, दिल की तरह से हाथ मिले हैं कैसे भला छूटेंगे कभी, तेरी बाहों में बीती हर शाम, बेवफा ये भी क्या याद नहीं, क्या हुआ तेरा वादा, वो कसम वो इरादा, भूलेगा दिल जिस दिन तुम्हें, वो दिन जिंदगी का आखिरी दिन होगा। क्या हुआ तेरा वादा। ਵਾਕਈ ਬਹੁਤ ਖੂਬ। ਗਾਣਿਆਂ ਦੀ ਚੋਣ ਕਰਨ ਲੱਗਾ ਬੰਦਾ ਸੋਚਦਾ ਕਿ ਇਸ ਸਿੰਗਰ ਦੀ ਆਵਾਜ਼ ਮੇਰੇ ਤੇ ਸੈੱਟ ਬੈਠੇਗੀ ਔਰ ਜਿਹੜੇ ਲੀਜੈਂਡ ਹੁੰਦੇ ਨੇ ਉਹਨਾਂ ਦਾ ਗਾਣਾ ਗਾਉਣ ਲੱਗਿਆ ਇੱਕ ਵਾਰੀ ਤਾਂ ਦਿਲ 'ਚ ਆਉਂਦਾ ਵੀ ਉਹਨਾਂ ਦਾ ਗਾਣਾ ਗਾਉਣਾ। ਤੇ ਮੁਹੰਮਦ ਰਫੀ ਸਾਹਿਬ ਹੋਣਾ ਦਾ ਤਾਂ
ਆਪਣੇ ਆਪ 'ਚ ਨਾਮ ਹੀ ਬਹੁਤ ਵੱਡੀ ਚੀਜ਼ ਆ, ਉਹਨਾਂ ਦਾ ਨਾਮ ਲੈ ਦੇਣਾ ਹੀ ਮਤਲਬ ਸਾਰੀ ਗੱਲ ਸੰਪੂਰਨ ਹੋ ਗਈ। ਤੇ ਤੁਸੀਂ ਉਹਨਾਂ ਦੇ ਗੀਤਾਂ ਦੀ ਚੋਣ ਜਦੋਂ ਕਰਦੇ ਹੋ ਕੀ ਸੋਚਦੇ ਹੋ ਫਿਰ? ਐਕਚੁਅਲੀ ਮੈਂ ਸ਼ੁਰੂ ਤੋਂ ਹੀ ਨਾ, ਮੈਂ ਪਹਿਲਾਂ ਮੈਂ ਕਲਾਸੀਕਲ ਵੋਕਲਿਸਟ, ਮੈਂ ਕਲਾਸੀਕਲ ਸਿੱਖਿਆ, ਮੈਂ ਕਲਾਸੀਕਲ ਗਾਉਂਦਾ ਸਟੇਜ ਕਰਦਾ ਸੀ ਜੀ। ਉਸ ਤੋਂ ਬਾਅਦ ਮੈਂ ਲਾਈਟ ਵੱਲ ਜਦੋਂ ਮੂਵ ਕੀਤਾ ਤੇ ਮੈਂ ਆਪਣਾ ਗਾਇਆ, ਮੈਂ ਦੂਰਦਰਸ਼ਨ ਦੇ ਵੀ ਹੋਰ ਚੈਨਲਾਂ ਤੇ ਵੀ ਗਾਇਆ ਜੀ। ਤੇ ਮਤਲਬ ਡਿਮਾਂਡ ਇਹ ਹੁੰਦੀ ਸੀ ਕਿ ਰਫੀ ਸਾਹਿਬ ਕੁਝ ਸੁਣਾਓ, ਉਹ ਕਿਉਂਕਿ ਤੁਹਾਡਾ ਜੀ ਚਿਹਰਾ ਮੋਹਰਾ ਵੀ, ਤੁਹਾਡੀ ਆਵਾਜ਼ ਵੀ ਰਫੀ ਸਾਹਿਬ ਨਾਲ ਮਿਲਦੀ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਜੀ ਕਿ ਰਫੀ ਸਾਹਿਬ ਨੂੰ ਜੇ ਹੀ ਗਾਣਾ ਹੀ ਹੈ ਤੇ ਫਿਰ ਉਹਨਾਂ ਦੀ ਹਰ ਵੈਰਾਈਟੀ ਜਿਹੜੀ ਹੋਣੀ ਚਾਹੀਦੀ ਹੈ, ਮਤਲਬ ਚੋਣ ਕੋਈ ਸਪੈਸ਼ਲ ਸੌਂਗ ਦੇ ਨਹੀਂ ਜੀ। ਤੇ ਹੁਣ ਵੀ ਮੈਂ ਜਿਹੜਾ ਲਾਈਵ ਕਰਦਾ ਉਹਦੇ ਵਿੱਚ ਮੈਂ ਮਤਲਬ 5 ਤੋਂ 7 ਗਾਣੇ ਰੱਖਦਾ, ਮੋਸਟਲੀ 5 ਲੈਣਾ। ਉਹਦੇ ਵਿੱਚ ਮੈਂ ਸਾਰੇ ਰੱਖਦਾ, ਇੱਕ ਪੰਜਾਬੀ ਗਾਣਾ ਜਾਂ ਇੱਕ ਡਿਊਟ ਸੌਂਗ ਹੁੰਦਾ ਜੀ। ਉਸ ਤੋਂ ਇਲਾਵਾ ਇੱਕ ਕੋਈ ਡਿਵੋਸ਼ਨਲ ਸੌਂਗ ਲੈ ਲਈਦਾ ਤੇ ਰੋਮਾਂਟਿਕ ਸੈਡ ਸੌਂਗ, ਕੋਈ ਡੋਲੀ ਗੀਤ, ਇਸ ਤਰ੍ਹਾਂ ਦਾ ਉਹ ਵੈਰਾਈਟੀ ਮੈਂ ਮਤਲਬ ਰੱਖਦਾ। ਮੈਂ ਚੋਣ ਕਰਦਾ, ਮੈਂ ਦੇਖਦਾ ਕਿ ਹਰ ਮੂਡ ਹੋਣਾ ਚਾਹੀਦਾ ਉਹਦੇ ਵਿੱਚ, ਕਿ ਕਿਸੇ ਨੂੰ ਕੋਈ ਮੂਡ ਪਸੰਦ ਆਉਂਦਾ, ਕਿਸੇ ਨੂੰ ਕੋਈ। ਲਾਈਵ 'ਚ ਹੀ ਮੈਂ ਦੇਖਦਾ ਕਿ ਜਦੋਂ ਕਿਸੇ ਦੀ ਪਸੰਦ ਦਾ ਨਹੀਂ ਆਉਂਦਾ ਗਾਣਾ ਤੇ ਉਹ ਜ਼ਿਆਦਾਤਰ ਲੋਕ ਲੈਫਟ ਕਰ ਜਾਂਦੇ ਨੇ, ਉਹ ਫਿਰ ਉਹ 5-7 ਮਿੰਟ ਵੇਟ ਕਰਕੇ ਕਿ ਸ਼ਾਇਦ ਕੋਈ ਦੂਸਰਾ ਕੀ ਗਾਣਾ, ਫਿਰ ਉਹ ਜੁੜਦੇ ਨੇ। ਇਸ ਕਰਕੇ ਸਾਰੇ ਮੂਡ ਉਹਨਾਂ ਦੇ ਸਿਲੈਕਸ਼ਨ ਦੇ ਟਾਈਮ ਲੈਣੇ ਪੈਂਦੇ ਨੇ। ਹੋਰ ਵੀ ਕੋਈ ਸਿੰਗਰ ਹੈ ਜਿਨ੍ਹਾਂ ਦੇ ਗਾਣੇ ਗਾਉਂਦੇ ਹੋ ਤੁਸੀਂ? ਨਹੀਂ, ਮੈਂ ਉਹਨਾਂ ਜ਼ਿਆਦਾ ਮੁਹੰਮਦ ਰਫੀ ਸਾਹਿਬ ਦੇ ਹੀ ਗਾਉਂਦੇ ਹੋ? ਰਫੀ ਸਾਹਿਬ ਜ਼ਿਆਦਾ ਨਹੀਂ, ਉਹਨਾਂ ਨੂੰ ਹੀ ਮੈਂ ਗਾਉਂਦਾ। ਅੱਛਾ, ਉਹਨਾਂ ਨੂੰ ਹੀ ਗਾਉਂਦੇ ਹੋ। ਇੱਕ ਚੀਜ਼ ਦੇਖਣਾ ਚਾਹੁੰਦੀ ਹੈ, ਜਦੋਂ ਆਪਾਂ ਲਾਈਵ ਆਡੀਅנס ਦੇ ਵਿੱਚ ਬੈਠੇ ਹੁੰਦੇ ਆ ਨਾ, ਤੇ ਉਦੋਂ ਸਾਹਮਣੇ ਫਰਮਾਇਸ਼ ਆ ਜਾਂਦੀ ਹੈ, ਜਦੋਂ ਮਤਲਬ ਕਿ ਲੋਕ ਸਾਡੇ ਨਾਲ ਮੌਜੂਦ ਹੁੰਦੇ ਨੇ, ਆ ਗਾ ਦਿਓ, ਹੈ ਨਾ, ਆਡੀਅנס ਬੈਠੀ ਰਹਿੰਦੀ ਹੈ, ਬਸ ਗਾਣੇ ਦੀ ਤਾਰੀਫ ਬਦਲਦੀ ਰਹਿੰਦੀ ਹੈ। ਪਰ ਜਦੋਂ ਆਪਾਂ ਲਾਈਵ ਹੁੰਦੇ ਆ ਸੋਸ਼ਲ ਸਾਈਟ ਦੇ ਉੱਤੇ, ਜਾਂ ਲੋਕੀ ਲੀਵ ਕਰ ਜਾਂਦੇ ਆ ਜਾਂ ਲੋਕੀ ਜੁਆਇਨ ਕਰ ਜਾਂਦੇ ਆ, ਉਹਨੂੰ ਮੈਨੇਜ ਕਰਨਾ ਵੀ ਤਾਂ ਕਿੰਨਾ ਔਖਾ ਆ। ਉਹ ਔਖਾ ਹੈ। ਹੁੰਦਾ ਕੀ ਹੈ ਕਿ ਐਕਚੁਅਲੀ ਨਾ ਮੇਰੀ ਥੋੜੀ ਸੋਚ ਇਹ ਹੈ ਕਿ ਲੈਫਟ ਤਾਂ ਲੋਕੀ ਕਰ ਜਾਂਦੇ ਨੇ, ਭਾਵੇਂ ਤੁਹਾਡੇ ਨਾਲ ਕੋਈ ਵੀ ਨਹੀਂ ਜੁੜ ਰਿਹਾ ਨਾ, ਭਾਵੇਂ ਇੱਕ ਬੰਦਾ ਜੁੜਿਆ ਕੁਝ ਵੀ ਹੈ, ਕਿ ਜਿਹੜਾ ਤੁਹਾਡਾ ਇੱਕ ਵਾਰੀ ਪ੍ਰੋਗਰਾਮ ਜਿਹੜਾ ਚੱਲ ਗਿਆ, ਤੁਹਾਡਾ ਅਪਲੋਡ ਹੋ ਗਿਆ, ਉਹ ਹੁਣ ਨਹੀਂ ਕੋਈ ਦੇਖ ਰਿਹਾ ਤੇ ਉਹਨੂੰ ਬਾਅਦ ਦੇ ਵਿੱਚ ਤਾਂ ਦੇਖਣਗੇ ਕੋਈ ਨਾ ਕੋਈ। ਜਦੋਂ ਸਟੂਡੀਓ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਰਿਕਾਰਡਿੰਗ ਹੁੰਦੀ ਗਾਣੇ, ਜਿੱਦਾਂ ਰਫੀ ਸਾਹਿਬ ਵੀ ਗਾਉਂਦੇ ਸੀ, ਲਤਾ ਜੀ, ਉਦੋਂ ਤਾਂ ਕੋਈ ਨਹੀਂ, ਪਬਲਿਕ ਨਹੀਂ ਹੁੰਦੀ, ਕੋਈ ਦਰਸ਼ਕ ਜਾਂ ਕੋਈ ਸਰੋਤਾ ਕੋਈ ਨਹੀਂ ਹੁੰਦਾ, ਉਦੋਂ ਤਾਂ ਖਾਲੀ ਰਿਕਾਰਡਿੰਗ ਇੰਜੀਨੀਅਰ, ਮਿਊਜ਼ਿਕ ਡਾਇਰੈਕਟਰ ਸਜਿੰਦੇ ਨੇ। ਲੇਕਿਨ ਉਦੋਂ ਕੋਈ ਨਹੀਂ, ਲੇਕਿਨ ਉਹ ਉਸੇ ਫੀਲ ਨਾਲ ਗਾਉਂਦੇ ਨਾ ਕਿ ਇਹ ਬਾਅਦ ਦੇ ਵਿੱਚ ਤਾਂ ਸੁਣਿਆ ਜਾਣਾ ਨਾ, ਹੈ ਨਾ, ਭਾਵੇਂ ਕੋਈ ਨਹੀਂ ਤੁਹਾਨੂੰ ਦੇਖ ਰਿਹਾ। ਤੇ ਇਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਇਹਦੀ ਚੀਜ਼ ਹੈ ਕਿ ਜਿਹੜੀ ਤੁਸੀਂ ਅਪਲੋਡ ਕਰਨੀ ਹੈ, ਮੈਂ ਦੇਖਿਆ ਕਿ ਉਸ ਕਮੈਂਟ ਹੀ ਸਾਰੇ ਉਸ ਤੋਂ ਬਾਅਦ ਦੂਸਰੇ ਦਿਨ ਤੱਕ ਜਾਂ ਹਫ਼ਤੇ ਤੱਕ ਉਹ ਫਿਰ ਆਉਂਦੇ ਰਹਿੰਦੇ ਨੇ, ਲੋਕੀ ਦੇਖਦੇ ਰਹਿੰਦੇ ਨੇ। ਉਹ ਫੀਲ ਕਰਕੇ ਚਾਹੀਦਾ ਕਿ ਜੇ ਕੋਈ ਨਹੀਂ ਵੀ ਮਤਲਬ ਦੇਖ ਰਿਹਾ ਜਾਂ ਘੱਟ ਦੇਖ ਰਹੇ ਨੇ, ਤੇ ਉਹ ਮਤਲਬ ਕੋਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਉਹ ਪੂਰੀ ਫੋਰਸ ਨਾਲ ਔਰ ਪੂਰੇ ਡੈਡੀਕੇਸ਼ਨ ਦੇ ਨਾਲ ਉਹਦਾ ਗਾਣਾ ਹੀ ਪੈਣਾ, ਭਾਵੇਂ ਕੋਈ ਵੀ ਨਾ ਦੇਖੇ, ਕਿਉਂਕਿ ਇੱਕ ਤੁਹਾਡਾ ਰਿਕਾਰਡ ਤੇ ਹੋ ਗਿਆ, ਕੋਈ ਗਲਤੀ ਤੁਸੀਂ ਕਰੋਗੇ, ਕੁਝ ਵੀ ਕਰੋਗੇ, ਉਹ ਤਾਂ ਬਾਅਦ ਦੇ ਵਿੱਚ ਤਾਂ ਉਹ ਹਾਈਲਾਈਟ ਹੋਣੀ ਹੈ, ਭਾਵੇਂ ਜਦੋਂ ਵੀ ਕੋਈ ਦੇਖੇਗਾ। ਉਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਇਹ ਬੜਾ ਮੁਸ਼ਕਿਲ ਹੁੰਦਾ ਹੈ ਕਿ ਇੱਕ ਤਾਂ ਦੁਨੀਆ ਮੁਸ਼ਕਿਲ ਦੇ ਦਿਨਾਂ 'ਚੋਂ ਗੁਜ਼ਰ ਰਹੀ ਹੈ, ਕਰੋਨਾ ਚੱਲ ਰਿਹਾ ਹੈ, ਸਟ੍ਰੈਸ ਚੱਲ ਰਹੇ ਨੇ, ਔਰ ਉੱਦਾਂ ਵੀ ਜੇ ਕਰੋਨਾ ਨਹੀਂ ਹੈ ਤਾਂ ਜੀਵਨ 'ਚ ਕੋਈ ਨਾ ਕੋਈ ਤੰਗੀਆਂ ਤਾਂ ਹਰ ਕਿਸੇ ਨੂੰ ਆਉਂਦੀਆਂ ਹੀ ਨੇ। ਤੇ ਲਗਾਤਾਰ ਲਾਈਵ ਹੋਣਾ ਬਿਨਾਂ ਕਿਸੇ ਨਾਗੇ ਦੇ, ਬਹੁਤ ਸਾਰੀਆਂ ਪ੍ਰੋਬਲਮਸ ਵੀ ਆਈਆਂ ਹੋਣਗੀਆਂ। ਹਾਂ, ਮੈਨੂੰ ਮੇਰੀ ਹੈਲਥ ਦੀ ਬੜੀ ਪ੍ਰੋਬਲਮ, 4 ਮਹੀਨੇ ਤੱਕ ਬਿਮਾਰ ਰਿਹਾ ਜੀ ਮੈਂ। ਤਕਰੀਬਨ ਮੈਂ ਜੁਲਾਈ ਤੋਂ ਮੈਨੂੰ ਬੈਕਬੋਨ ਦੀ ਇਨਫੈਕਸ਼ਨ ਹੋ ਗਈ, ਥੋੜੀ ਦਿੱਕਤ ਹੋ ਗਈ, ਤੇ ਡਾਕਟਰ ਕਹਿੰਦੇ ਕਿ ਜੇ ਨਹੀਂ ਠੀਕ ਹੋਏ ਆਪਰੇਸ਼ਨ ਕਰਨਾ ਪੈਣਾ ਜੀ। ਔਰ ਫਿਰ ਮੈਂ ਉਸ ਦੌਰਾਨ ਜੁਲਾਈ ਪੂਰਾ ਹੀ ਮਤਲਬ ਬਹੁਤ ਪੇਨਫੁਲ ਸੀ ਮੇਰੇ ਵਾਸਤੇ। ਮੈਂ ਦੱਸਿਆ ਨਾ ਤੁਹਾਨੂੰ, ਮੈਂ 31 ਜੁਲਾਈ ਨੂੰ ਕਿ ਮੈਂ 8-10 ਘੰਟੇ ਗਾਇਆ, ਉਹਦੇ ਬਾਵਜੂਦ ਵੀ ਲੇਕਿਨ ਮੈਂ ਖੜਾ ਹੋ ਕੇ ਮੈਂ ਖੜਾ ਹੋ ਕੇ ਗਾਣਾ, ਬੈਠਦਾ ਨਹੀਂ। ਤੇ ਉਹ ਖੜਾ ਹੋ ਕੇ ਇੰਨਾ ਦੇਰ ਖੜਾ ਹੋਣਾ ਹੀ ਬੜੀ ਮੁਸ਼ਕਿਲ ਹੈ। ਤੇ ਉਸ ਦੌਰਾਨ ਮੈਨੂੰ ਬੜੀ ਦਿੱਕਤ ਰਹੀ। ਫਿਰ ਮੈਨੂੰ 10 ਅਗਸਤ ਨੂੰ ਮੇਰਾ ਆਪਰੇਸ਼ਨ ਹੋਇਆ, ਤੇ ਡਾਕਟਰ ਕਹਿੰਦੇ ਕਿ ਆਪਰੇਸ਼ਨ ਤੋਂ ਬਿਨਾਂ ਨਹੀਂ ਹੋਣਾ। ਤੇ 10 ਅਗਸਤ ਨੂੰ ਜਿਸ ਦਿਨ ਆਪਰੇਸ਼ਨ ਸੀ ਮੇਰਾ, ਮੈਂ ਉਸ ਦਿਨ ਵੀ ਮੈਂ 2 ਵਜੇ ਮੇਰਾ ਆਪਰੇਸ਼ਨ ਸੀ ਤੇ 11 ਵਜੇ ਮੈਂ 4 ਭਜਨ ਮੈਂ ਗਾ ਕੇ ਲਾਈਵ ਮੈਂ ਲਾਈਵ ਹੋਇਆ। ਉਸ ਤੋਂ ਬਾਅਦ ਜਦੋਂ ਮੈਂ ਉਸ ਦਿਨ ਅਗਲੇ ਦਿਨ ਜਦੋਂ ਮਤਲਬ ਫਿਰ ਮੈਂ ਲਾਈਵ ਹੀ ਸੀ, ਤੇ ਮੇਰੇ ਡਾਕਟਰ ਜਿਹੜੇ ਨੇ ਉਹ ਵੀ ਕਲਾਕਾਰ ਨੇ, ਸਰਜਨ ਨੇ, ਬੜੇ ਮਸ਼ਹੂਰ ਨੇ, ਪਰ ਉਹ ਖੁਦ ਵੀ ਸੈਕਸੋਫੋਨ ਵਜਾਉਂਦੇ ਨੇ, ਵਾਇਲਨ ਵਜਾਉਂਦੇ ਨੇ, ਫਲੂਟ ਵਜਾਉਂਦੇ ਨੇ, ਤੇ ਜ਼ਿਆਦਾਤਰ ਪ੍ਰੋਗਰਾਮਾਂ 'ਚ ਅਸੀਂ ਇਕੱਠੇ ਵੀ ਹੋਈਦਾ। ਤੇ ਉਹ ਕਹਿੰਦੇ ਕਿ ਤੁਸੀਂ ਲਾਈਵ ਤੇ ਬ੍ਰੇਕ ਨਹੀਂ ਤੁਹਾਡਾ ਹੁਣ ਦਾਗਾ। ਉਹ ਹਸਪੀਟਲ ਤੋਂ ਮੈਂ ਉਦੋਂ ਵੀ ਬੈੱਡ ਤੋਂ ਲਾਈਵ ਹੋਇਆ ਮੈਂ। ਉਸ ਤੋਂ ਬਾਅਦ ਮੈਂ ਘਰ ਆਇਆ, ਤੇ ਘਰ ਵੀ ਮੈਂ ਮਹੀਨਾ 1.5 ਮਹੀਨਾ ਮੈਨੂੰ ਉਲਟਾ ਲੇਟਣਾ ਪਿਆ, ਤੇ ਫਿਰ ਵੀ ਮੈਂ ਲਾਈਵ ਹੁੰਦਾ ਰਿਹਾ। ਮੇਰਾ ਸੈਟਅਪ ਜਿਹੜਾ ਬੱਚੇ ਮੇਰੇ ਬੇਟੀ ਤੇ ਬੇਟਾ ਦੋਨੇ ਲਗਾਉਂਦੇ ਸੀ, ਵਾਈਫ ਮੇਰੇ ਜਿਹੜਾ ਲਿਰਿਕਸ ਜਿਹੜੇ ਸਾਈਡ ਤੇ ਉਹ ਕੈਮਰੇ ਤੋਂ ਇੱਕ ਸਾਈਡ ਨੂੰ ਹੁੰਦੇ ਸੀ, ਮੈਂ ਕਰਦਾ ਰਿਹਾ। ਫਿਰ ਮੈਨੂੰ ਵਾਇਰਲ ਹੋਇਆ, ਮੈਨੂੰ ਮੈਂ ਚੈਸਟ ਦੀ ਪ੍ਰੋਬਲਮ ਰਹੀ 1 ਮਹੀਨਾ, ਤੇ ਫਿਰ ਵੀ ਮੈਂ ਭਾਵੇਂ ਜਿਸ ਤਰ੍ਹਾਂ ਦਾ ਵੀ ਮੇਰੇ ਕੋਲ ਗਾਇਆ ਗਿਆ ਮੈਂ ਲਗਾ ਨਹੀਂ ਕੀਤਾ। ਫਿਰ ਮੈਨੂੰ ਡੇਂਗੂ ਹੋ ਗਿਆ। ਓ ਮਾਈ ਗॉड। ਤੇ ਮੈਂ ਯਾਨੀ ਕਿ ਮੈਂ
ਨਵੰਬਰ ਤੱਕ ਮੇਰੀ ਪ੍ਰੋਬਲਮ ਚੱਲਦੀ ਰਹੀ, ਪਰ ਮੈਂ ਕਦੀ ਬ੍ਰੇਕ ਨਹੀਂ ਕੀਤਾ। ਇਹ ਸੀ ਕਿ ਭਾਵੇਂ ਮੈਂ 10 ਮਿੰਟ ਹਾਜ਼ਰੀ ਲਗਾਵਾਂ, ਮੈਂ ਬਿਨਾਂ ਮੈਂ ਸਾਊਂਡ ਸਿਸਟਮ ਤੋਂ ਵੀ ਮੈਂ ਛੋਟਾ ਮਾਈਕ ਲੈ ਕੇ ਤੇ ਮੈਂ ਲਾਈਵ ਹੁੰਦਾ ਰਿਹਾ, ਮੈਂ ਕਰਦਾ ਰਿਹਾ। ਤੇ ਉਸ ਤੋਂ ਬਾਅਦ ਬਸ ਇਹੀ ਹੈ ਕਿ ਆਪਣਾ ਹੱਠ ਨਹੀਂ ਮੈਂ ਛੱਡਿਆ, ਜਾਂ ਉਹ ਪ੍ਰਮਾਤਮਾ ਵਾਹਿਗੁਰੂ ਦਾ ਸਮਝ ਲਓ ਕਿ ਉਹਦੀ ਕਿਰਪਾ ਸੀ ਜੀ, ਉਹ ਵੀ ਇਮਤਿਹਾਨ ਲੈ ਰਿਹਾ ਸੀ ਤੇ ਉਹ ਮੈਂ ਦੁਬਾਰਾ ਮੈਂ ਠੀਕ ਹੋ ਗਏ, ਫਿਰ ਮੈਂ ਹੁਣ ਪ੍ਰੋਪਰ ਗਾ ਰਿਹਾ ਮੈਂ। ਪਰ ਆਪਰੇਸ਼ਨ ਤੋਂ ਬਾਅਦ ਤਾਂ 2-3 ਦਿਨ ਤਾਂ ਬੰਦੇ ਤੋਂ ਬੋਲਿਆ ਨਹੀਂ ਜਾਂਦਾ। ਹਾਂ, ਮੈਂ ਦੱਸਿਆ ਨਾ ਉਸ ਦਿਨ ਵੀ ਮੈਨੂੰ ਇਹ ਸੀ ਕਿ ਦੇਖੋ ਜੋ ਹੋਣਾ ਹੀ ਹੈ। ਬਾਕੀ ਹੈ ਕਿ ਜਿਹੜਾ ਰੂਟੀਨ ਹੈ, ਦੇਖੋ ਗੱਲ ਇਹ ਹੈ ਕਿ ਮੈਂ ਜਦੋਂ ਸ਼ੁਰੂ ਕੀਤਾ ਸੀ ਮੇਰਾ ਮਕਸਦ ਤਾਂ ਇਹੀ ਸੀ ਨਾ, ਕਿਉਂਕਿ ਕਹਿਣ 'ਚ ਅਤੇ ਕਰਨ 'ਚ ਇੰਨਾ ਫਰਕ ਹੈ ਕਿ ਹਰ ਬੰਦਾ ਸੋਚਦਾ ਹੈ ਕਿ ਮੈਂ ਇਹ ਕ੍ਰੈਡਿਟ ਲੈਣਾ, ਕਿ ਭਾਵੇਂ ਮੈਂ ਨਹੀਂ ਕਿ ਮੈਂ ਕਹਿਣਾ ਜੀ ਮੈਂ ਬੜੀ ਸੇਵਾ ਕਰ ਰਿਹਾ। ਕਹਿਣ 'ਚ ਅਤੇ ਕਰਨ 'ਚ ਇੰਨਾ ਫਰਕ ਹੈ। ਮੈਨੂੰ ਪਤਾ ਸੀ ਕਿ ਜੇ ਮੈਂ ਕਿਹਾ ਹੈ ਮੈਂ ਕਿ ਸੇਵਾ ਕਰ ਰਿਹਾ, ਕਿ ਮੈਂ ਐਂਟਰਟੇਨ ਕਰਨਾ ਹੈ, ਅਤੇ ਸ਼ੋ ਮਸਟ ਬੀ ਗੋ ਔਨ, ਉਹ ਨਹੀਂ ਬੰਦ ਹੋਣਾ ਚਾਹੀਦਾ। ਜੇ ਮੈਨੂੰ ਕੋਈ ਪ੍ਰੋਬਲਮ ਵੀ ਹੈ ਤੇ ਫਿਰ ਇਹ ਬੰਦ ਨਹੀਂ, ਫਿਰ ਤੇ ਵਾਕਈ ਫਿਰ ਉਹ ਜੇ ਕ੍ਰੈਡਿਟ ਵਾਲੀ ਗੱਲ ਨਹੀਂ ਹੈ, ਜੇ ਡੈਡੀਕੇਸ਼ਨ ਹੈ ਤੇ ਫਿਰ ਤਾਂ ਹੋਣੀ ਚਾਹੀਦੀ, ਭਾਵੇਂ ਕਿਸੇ ਰੂਪ 'ਚ ਵੀ, ਜਦੋਂ ਤੱਕ ਸਾਹ ਚੱਲਦੇ ਨੇ ਫਿਰ ਤਾਂ ਕਰਨਾ। ਜੇ ਐਂਟਰਟੇਨਮੈਂਟ ਸੋਚ ਰਿਹਾ ਕਿ ਕਰਨਾ ਹੈ, ਕਿ ਜਿਹੜੇ ਲੋਕ ਘਰਾਂ 'ਚ ਬੈਠੇ ਉਹਨਾਂ ਨੂੰ ਐਂਟਰਟੇਨ ਕਰਨਾ ਹੈ, ਉਹਨਾਂ ਨੂੰ ਉਸ ਬੇਖੌਫ ਕਰਨਾ, ਉਹਨੂੰ ਖੌਫ 'ਚੋਂ ਕੱਢਣਾ, ਤੇ ਫਿਰ ਤੇ ਆਪਣੇ ਦੁੱਖ ਦੇ ਵਿੱਚ ਵੀ ਉਹ ਤੇ ਗੱਲ ਹੀ ਨਾ ਕਿ ਅਸੀਂ ਜੇ ਥੋੜ੍ਹਾ ਜਿਹਾ ਦੁੱਖ ਹੋਏ ਤਾਂ ਅਸੀਂ ਕੋਠੇ ਚੜ੍ਹ ਕੇ ਨੱਚੀਏ ਤੇ ਕਹੀਏ ਕਿ ਨਹੀਂ ਮਤਲਬ ਅਸੀਂ ਠੀਕ। ਬਹਾਨੇ ਤਾਂ ਬਹੁਤ ਹੁੰਦੇ ਨੇ, ਇਹ ਮੈਂ ਅੱਜ ਠੀਕ ਨਹੀਂ, ਅੱਜ ਮੇਰੀ ਲੱਤ ਦੁਖਦੀ, ਅੱਜ ਮੇਰਾ ਪੇਟ ਦੁਖਦਾ, ਮੈਂ ਨਹੀਂ ਅੱਜ ਕਰ ਸਕਦਾ। ਤੇ ਜੇ ਤੁਸੀਂ ਕਰ ਸਕਦੇ ਹੋ, ਪਾਵਰ ਦਿੰਦਾ, ਉਹ ਆਪਣੇ ਆਪ ਹੀ ਦਿੰਦਾ। ਕਿਤੇ ਨਾ ਕਿਤੇ ਮਾਈਂਡ ਦੀ ਗੇਮ ਵੀ ਹੈ, ਸਾਈਕੋਲੋਜੀਕਲੀ ਸਟਰੋਂਗ ਹੋਣਾ ਜ਼ਰੂਰੀ ਹੈ। ਉਹ ਵੀ ਹੈ, ਬਿਲਕੁਲ ਉਹ ਵੀ ਹੈ। ਅਸਲ 'ਚ ਇਹੀ ਚੀਜ਼ ਹੈ ਸਭ ਤੋਂ ਜ਼ਿਆਦਾ, ਕਿ ਜਦੋਂ ਤੁਸੀਂ ਸੋਚ ਲੈਂਦੇ ਹੋ ਕਰਨਾ ਹੈ ਤੇ ਉਹ ਤਾਕਤ ਦਿੰਦਾ। ਸੰਗੀਤ ਨੂੰ ਤੁਸੀਂ ਮੇਰੇ ਹਿਸਾਬ ਨਾਲ ਪੂਜਦੇ ਹੋ, ਗਾਉਂਦੇ ਨਹੀਂ ਹੋ, ਤੁਸੀਂ ਪੂਜਦੇ ਹੋ। ਹਾਂ, ਇਹ ਬੇਸਿਕਲੀ ਹੈ ਹੀ ਭਗਤੀ ਮਾਰਗ, ਭਗਤੀ ਹੈ, ਸੰਗੀਤ ਹੈ ਹੀ ਭਗਤੀ ਮਾਰਗ ਹੈ। ਲੇਕਿਨ ਅਸੀਂ ਜ਼ਰੂਰ ਇਹਦਾ ਰੂਪ ਚੇਂਜ ਕਰ ਦਿੱਤਾ, ਪਰ ਸੁਰ ਤਾਂ ਸੁਰ ਹੀ ਉਹ ਕਿਸੇ ਰੂਪ 'ਚ ਵੀ ਹੋਏ, ਭਾਵੇਂ ਉਹ ਕੋਈ ਵੀ ਮਤਲਬ ਕਿਸੇ ਉਹਦੀ ਲੈਂਗੁਏਜ ਕੋਈ ਨਹੀਂ ਹੈ, ਉਹਦੀ ਕੋਈ ਨਹੀਂ। ਸੁਰ ਦੇ ਵਿੱਚ ਤਾਂ ਇਹ ਹੈ ਕਿ ਜਦੋਂ ਇੱਕ ਸੁਰ ਲੱਗਦਾ, ਭਾਵੇਂ ਉਹ ਕਿਸੇ ਲੈਂਗੁਏਜ ਦੇ ਵਿੱਚ ਹੋਏ, ਉਹ ਕੋਈ ਰਾਗ ਹੋਏ, ਕੋਈ ਰੋਮਾਂਟਿਕ ਸੌਂਗ ਹੋਏ, ਕੁਛ ਵੀ ਹੋਏ, ਤਾਂ ਉਹ ਬੇਸਿਕਲੀ ਤਾਂ ਹੈ ਤੇ ਮੈਡੀਟੇਸ਼ਨ ਹੈ। ਵਾਹ, ਹੈ ਨਾ। ਤੇ ਅਗਲਾ ਸਾਨੂੰ ਕਿਹੜਾ ਸੁਰ ਸੁਣਾਓਗੇ ਹੁਣ ਤੁਸੀਂ? ਹਾਏ ਰੇ ਇਨਸਾਨ ਕੀ ਮਜਬੂਰੀਆਂ, ਹਾਏ ਰੇ ਇਨਸਾਨ ਕੀ मजबूरियाँ, पास रह कर भी है कितनी दूरियाँ, दूरियाँ, हाय रे इंसान की मजबूरियाँ। कुछ अंधेरे में नजर आता नहीं, कोई तारा राह दिखलाता नहीं, जाने उम्मीदों की मंजिल है कहाँ, जाने उम्मीदों की मंजिल है कहाँ, हाय हाय रे इंसान की मजबूरियाँ, हाय रे इंसान की मजबूरियाँ। ਜਦੋਂ ਗਾਉਂਦੇ ਹੋ ਨਾ, ਇੱਕ ਪਲ ਦੇ ਲਈ ਤਾਂ ਇਦਾਂ ਲੱਗਦਾ ਹੈ ਕਿ ਜ਼ਿੰਦਗੀ ਰੁਕ ਗਈ ਹੈ, ਸ਼ਾਂਤ ਹੈ ਜ਼ਿੰਦਗੀ, ਆਪਾਂ ਐਵੇਂ ਭੱਜੇ ਫਿਰਦੇ ਹਾਂ। ਇਹ ਤਾਂ ਐਕਚੁਅਲੀ ਹੈ ਹੀ ਹੈ ਕਿ ਮੈਂ ਪਹਿਲਾਂ ਕਿਹਾ ਕਿ ਭਗਤੀ ਮਾਰਗ ਹੈ, ਤੇ ਉਹ ਜਿਸ ਤਰ੍ਹਾਂ ਸੱਪ ਜਿਹੜਾ ਬੀਨ ਦੇ ਉੱਤੇ ਕਿਲਿਆ ਜਾਂਦਾ ਨਾ, ਬੇਸਿਕਲੀ ਤੇ ਵੇਵਜ਼ ਹੀ ਨਾ ਜਿਹੜੀਆਂ ਕਰਦੀਆਂ, ਤੇ ਉਹ ਕਈ ਵਾਰ ਤੁਸੀਂ ਸੁਣੋ, ਅਜੇ ਅਸੀਂ ਵੀ ਸੁਣੀਦਾ, ਜਦੋਂ ਕੋਈ ਲੱਗਦਾ ਆਲਾਪ ਲੱਗਦਾ ਤਾਂ ਲੋਕਾਂ ਦੇ ਖੜੇ ਹੋ ਜਾਂਦੇ ਨੇ। ਕਿਤੇ ਨਾ ਕਿਤੇ ਤੇ ਅੰਸ਼ ਹੈ ਉਹ ਸਾਡੇ 'ਚ, ਭਾਵੇਂ ਅਸੀਂ ਕੋਈ ਨਹੀਂ ਗਾਉਂਦਾ, ਕੋਈ ਕੁਛ ਵੀ ਹੈ, ਕਿਉਂਕਿ 5 ਤੱਤ ਦਾ ਪੁਤਲਾ ਜਦੋਂ ਕਿਹਾ ਗਿਆ ਇਨਸਾਨ ਨੂੰ, ਉਹ ਸਾਰੇ ਤੱਤ ਉਹਦੇ ਵਿੱਚ, ਸਾਰੇ ਤੱਤ ਨੇ। ਜਦੋਂ ਬਾਈ ਬਰਥ ਬੱਚਾ ਜਿਹੜਾ ਜੰਮਦਾ ਜੀ, ਉਹ ਕੁਛ ਵੀ ਬਣ ਸਕਦਾ, ਉਹ ਕ੍ਰਿਕਟਰ ਵੀ ਬਣ ਸਕਦਾ, ਉਹ ਸਿੰਗਰ ਵੀ ਬਣ ਸਕਦਾ, ਉਹ ਹਾਂਜੀ, ਉਹ ਕੁਛ ਵੀ ਸਾਇੰਟਿਸਟ ਵੀ ਬਣ ਸਕਦਾ। ਲੇਕਿਨ ਹੁੰਦਾ ਕੀ ਹੈ ਕਿ ਉਹਨੂੰ ਮਾਹੌਲ ਇਹੋ ਜਿਹਾ ਮਿਲਦਾ ਕਿ ਕਿਸੇ ਇੱਕ ਕੁਆਲਿਟੀ ਨੂੰ ਉਹਨੂੰ ਪ੍ਰੋਮੀਨੈਂਟ ਕਰਨਾ ਪੈਂਦਾ, ਬਾਕੀ ਨੂੰ ਸਪਰੈਸ ਕਰਨਾ ਪੈਂਦਾ, ਕਿਸੇ ਇੱਕ ਨੂੰ ਉੱਪਰ ਲੈ ਕੇ ਜਾਣਾ ਪੈਂਦਾ। ਉਹ ਮਾਹੌਲ ਹੈ ਕਿਹੋ ਜਿਹਾ ਮਿਲੇ। ਬੱਚਾ ਦੇ ਜੰਮਦਿਆਂ ਉਹਨੂੰ ਜੰਗਲ 'ਚ ਛੱਡ ਆਈਏ ਤਾਂ ਜੰਗਲਾਂ, ਜੇ 2-4 ਸਾਲ ਬਾਅਦ ਲਿਆਓ ਤਾਂ ਜਾਨਵਰਾਂ ਦੀਆਂ ਆਵਾਜ਼ਾਂ ਨਿਕਾਲੇਗਾ। ਪੰਜਾਬ 'ਚ ਰੱਖੋ ਤੇ ਪੰਜਾਬੀ ਬੋਲੇਗਾ ਜੀ, ਇੰਗਲੈਂਡ ਉੱਥੇ ਪੈਦਾ ਹੋਏਗਾ ਤਾਂ ਉੱਥੇ ਅੰਗਰੇਜ਼ੀ ਸਿੱਖੇਗਾ। ਸੋ ਇਹ ਚੀਜ਼ ਮਾਹੌਲ ਮਿਲਦਾ ਕਿ ਬੱਚੇ ਨੇ ਬਣਨਾ ਕੀ ਹੈ ਜੀ। ਇਨਸਾਨ ਸਭ ਕੁਝ ਕਰ ਸਕਦਾ ਜੋ ਚਾਹੇ,
ਉਸ ਮਾਹੌਲ ਤੇ ਆ। ਇੱਕ ਨਾ ਸੰਗੀਤ ਦੀ ਗੱਲ ਹੋਰ ਵੀ ਕਦੇ-ਕਦੇ ਦਿਮਾਗ 'ਚ ਆਉਂਦੀ ਹੈ। ਦੇਖੋ ਤੁਸੀਂ ਕਦੇ ਦੇਖਿਆ ਜਿਹਨੇ ਕਿਹਾ ਹੋਵੇ ਕਿ ਮੈਨੂੰ ਮਿਊਜ਼ਿਕ ਨਹੀਂ ਪਸੰਦ, ਹਰੇਕ ਬੰਦੇ ਨੂੰ ਸੰਗੀਤ ਨਾਲ ਪਿਆਰ ਹੈ, ਚਾਹੇ ਉਹ ਸੈਡ ਸੌਂਗ ਦੇ ਰੂਪ ਦੇ ਵਿੱਚ ਹੋਵੇ ਜਾਂ ਬੀਟ ਦੇ ਸੌਂਗ ਵਿੱਚ ਹੋਵੇ ਜਾਂ ਭਜਨ ਭਗਤੀ ਦੇ ਰੂਪ ਵਿੱਚ ਹੋਵੇ, ਹਰੇਕ ਬੰਦੇ ਨੂੰ ਹੀ ਸੰਗੀਤ ਪਸੰਦ ਹੈ। ਸੰਗੀਤ ਐਕਚੁਅਲੀ ਕਹਿੰਦੇ ਨੇ ਕਿ ਜਿਹੜਾ ਸੰਗੀਤ ਸਿਰਫ ਜੇ ਨਹੀਂ ਕਿਸੇ ਤੇ ਅਸਰ ਹੁੰਦਾ, ਪੱਥਰ ਤੇ ਨਹੀਂ ਹੁੰਦਾ। ਪੱਥਰ ਤੇ ਨਹੀਂ, ਕਿਉਂਕਿ ਤੁਸੀਂ ਦੇਖੋ ਜਾਨਵਰਾਂ ਤੇ ਪੰਛੀਆਂ ਤੇ ਐਕਸਪੈਰੀਮੈਂਟ ਕੀਤਾ ਗਿਆ, ਪੌਦਿਆਂ ਤੇ ਜੀ ਅਮਰੀਕਾ ਨੇ ਕੀਤਾ ਹੈ ਕਿ ਪੌਦਿਆਂ ਨੂੰ ਕੀ ਕੀਤਾ ਕਿ ਕੁਝ ਜਿਹੜੇ ਨੇ ਪੌਦੇ ਜਿਹੜੇ ਨੇ ਉਹਨਾਂ ਨੂੰ ਖੁੱਲੇ ਦੇ ਵਿੱਚ ਮਿਊਜ਼ਿਕ ਸੁਣਾਇਆ ਗਿਆ ਜੀ, ਕੁਝ ਨੂੰ ਉਹਨਾਂ ਨੂੰ ਮਤਲਬ ਗਲਾਸ ਜਿਹੜੇ ਆ ਸ਼ੀਸ਼ੇ ਦੇ ਵਿੱਚ ਉਹਨੂੰ ਵੈਕਿਊਮ ਦੇ ਨਾਲ ਸੀਲ ਕਰ ਦਿੱਤਾ ਗਿਆ, ਤੇ ਉਹ ਜਿਹੜੇ ਮਿਊਜ਼ਿਕ ਸੁਣਿਆ ਉਹਨਾਂ ਦੀ ਗਰੋਥ ਹੋਈ ਜ਼ਿਆਦਾ, ਉਹਨਾਂ ਦੀ ਦੂਜਿਆਂ ਦੀ ਨਹੀਂ। ਯਾਨੀ ਕਿ ਹਰ ਚੀਜ਼ ਤੇ ਸੰਗੀਤ ਦਾ ਅਸਰ ਕਿਉਂ ਹੈ ਕਿ ਜਦੋਂ ਤੁਸੀਂ ਬੱਚਾ ਜਨਮ ਲੈਂਦਾ ਉਦੋਂ ਤੋਂ ਮਿਊਜ਼ਿਕ ਦਾ ਉਹਦੇ ਨਾਲ ਰਿਲੇਸ਼ਨ ਹੈ, ਉਹ ਮਰਨ ਤੱਕ ਰਹਿੰਦਾ ਹੈ। ਔਰ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਸਾਡਾ ਫੋਕ ਜਿਹੜਾ ਜੀ, ਕਿਉਂਕਿ ਅਸੀਂ ਕਹਿੰਦੇ ਕਲਾਸੀਕਲ ਮਿਊਜ਼ਿਕ ਸ਼ਾਸਤਰੀ ਸੰਗੀਤ ਇੱਕ ਰਾਗਾਂ ਤੇ ਆਧਾਰਿਤ, ਇੱਕ ਆ ਗਿਆ ਫੋਕ ਜੀ। ਲੇਕਿਨ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਸ਼ਾਸਤਰੀ ਸੰਗੀਤ ਹੈ ਉਹ ਜਨਮ ਹੈ, ਸਾਡੀ ਮਾਂ ਆ ਸਾਰੇ ਸੰਗੀਤ ਦੀ, ਪਰ ਮੈਂ ਕਹਿੰਦਾ ਨਹੀਂ, ਉਲਟੇ। ਮਾਂ ਜਿਹੜੀ ਉਹ ਸਾਡਾ ਫੋਕ ਹੈ, ਜਿਹੜਾ ਸਾਨੂੰ ਸਾਡੇ ਜਨਮ ਦੇ ਨਾਲ ਸਾਨੂੰ ਮਿਲਦਾ ਹੈ। ਸ਼ਾਸਤਰੀ ਸੰਗੀਤ ਤੇ ਬਾਅਦ ਦੇ ਵਿੱਚ ਸ਼ਾਸਤਰਬੱਧ ਕੀਤਾ ਗਿਆ, ਉਹ ਉਸਤਾਦਾਂ ਨੇ ਉਹਨੀਆਂ ਬੰਦਸ਼ਾਂ ਬਣਾਈਆਂ। ਉਹ ਕਿਸ ਤਰ੍ਹਾਂ ਹੈ, ਫੋਕ ਜਿਹੜਾ ਜਦੋਂ ਬੱਚਾ ਜੰਮਦਾ ਤੇ ਉਹਨੂੰ ਲੋਰੀਆਂ ਦਿੱਤੀਆਂ ਜਾਂਦੀਆਂ, ਮਾਂ ਲੋਰੀਆਂ ਦਿੰਦੀ ਹੈ, ਦਾਦੀ ਦਿੰਦੀ ਹੈ, ਨਾਨੀ ਦਿੰਦੀ ਹੈ। ਉਸ ਤੋਂ ਬਾਅਦ ਉਹਨੂੰ ਜਿਹੜੇ ਨੇ ਵੱਡਾ ਹੁੰਦਾ, ਫਿਰ ਘਰ ਦੇ ਵਿੱਚ ਤੁਸੀਂ ਦੇਖੋ ਕੋਈ ਫੰਕਸ਼ਨ ਹੁੰਦਾ, ਜਿੱਦਾਂ ਸੁਹਾਗ ਸਿੱਠਣੀਆਂ, ਵਿਆਹ ਸ਼ਾਦੀ ਹੁੰਦੀ, ਉਹਦੇ 'ਤੇ ਹੁੰਦਾ। ਅਤੇ ਉਸ ਤੋਂ ਇਲਾਵਾ ਜਦੋਂ ਸਾਉਣ ਦੇ ਵਿੱਚ ਜਦੋਂ ਔਰਤਾਂ ਜਿਹੜੀਆਂ ਉਹ ਕੁਛ ਨਾ ਕੁਛ ਆਪਣਾ ਕਰਦੀਆਂ ਨੇ, ਆਪਣਾ ਸੇਵੀਆਂ ਹੱਥ ਨਾਲ ਕੱਢਦੀਆਂ, ਚਰਖਾ ਕੱਤਦੀਆਂ, ਫਿਰ ਵੀ ਉਹ ਕੁੜੀਆਂ ਗਾਉਂਦੀਆਂ, ਯਾਨੀ ਕਿ ਉਹ ਸਾਰਾ ਕੁਝ ਫੋਕ ਹੈ। ਅੱਛਾ, ਉਸ ਤੋਂ ਬਾਅਦ ਜਦੋਂ ਬੰਦਾ ਜਾਂਦਾ ਦੁਨੀਆ ਤੋਂ ਮਰਦਾ ਜੀ, ਉਸ ਤੋਂ ਬਾਅਦ ਜਿਹੜੀਆਂ ਵੈਣ ਪਾਉਂਦੀਆਂ ਔਰਤਾਂ, ਉਹ ਵੀ ਸੰਗੀਤ ਹੈ। ਜਿਹੜੀ ਇੱਕ ਵਿੱਚ ਹੁੰਦੀ ਨਾ ਨੈਣ ਹੁੰਦੀ, ਜਿਹੜੀ ਉਹਨਾਂ ਦੀ ਹੈੱਡ ਹੁੰਦੀ ਹੈ, ਉਹ ਗੋਲਕਤਾਰਾ ਬਣ ਕੇ ਉਹਦੇ 'ਚ ਕਰਦੇ, ਉਹ ਵੀ ਸੰਗੀਤ ਹੈ ਜੀ। ਅਤੇ ਉਹ ਸੰਗੀਤ ਜਿਹੜਾ ਸਾਡਾ ਲਾਸਟ ਤੱਕ ਵੀ ਸਾਡੇ ਨਾਲ, ਉਹ ਵੀ ਲੈਅ ਦੇ ਵਿੱਚ ਉਹ ਕਰਦੇ ਹੈ। ਅਤੇ ਇਹ ਫਿਰ ਇਸ ਕਰਕੇ ਉਹੀ ਮੈਂ ਕਿਹਾ, ਤੁਸੀਂ ਜਿਹੜੀ ਤੁਹਾਡੀ ਗੱਲ ਇਹੀ ਹੈ ਕਿ ਉਹ ਸੰਗੀਤ ਜਿਹੜਾ ਉਹ ਹਰ ਇੱਕ 'ਤੇ ਅਸਰ ਕਰਦਾ, ਉਹ ਕੋਈ ਵੀ ਹੋਏ, ਕਿਸੇ ਤਰ੍ਹਾਂ ਦਾ ਵੀ ਇਨਸਾਨ ਹੋਏ। ਹਾਂ, ਅਸੀਂ ਕਹਿੰਦੇ ਹਾਂ ਕਿ ਔਰੰਗਜ਼ੇਬ ਐਸੇ ਬਾਦਸ਼ਾਹ ਸੀ ਕਿ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਕੀ ਕੀਤਾ, ਉਹ ਜਿੰਨੇ ਵੀ ਸਾਜ਼ ਜਿਹੜੇ ਸੀ ਉਹ 50-50 ਫੁੱਟ ਜ਼ਮੀਨ ਦੇ ਵਿੱਚ ਗੜਵਾ ਦਿੱਤੇ ਜੀ। ਅਤੇ ਕੀ ਉਹਨਾਂ ਦੇ ਜਾਣ ਤੋਂ ਬਾਅਦ ਸੰਗੀਤ ਖਤਮ ਹੋਇਆ? ਨਹੀਂ, ਸੰਗੀਤ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਛੁਪ ਕੇ ਵੀ ਕਿੰਨੇ ਉਸਤਾਦ ਉਦੋਂ ਵੀ ਤੇ ਸਾਧਨਾ ਕਰਦੇ ਰਹੇ ਜੀ। ਉਸ ਤੋਂ ਬਾਅਦ ਹੁਣ ਵੀ ਤੁਹਾਡੇ ਸਾਹਮਣੇ ਹੈ ਸਾਡੀ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ 31 ਰਾਗਾਂ ਦੇ ਵਿੱਚ ਬਾਣੀ ਹੈ ਜੀ। ਅਤੇ ਸੰਗੀਤ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ, ਸਾਰਾ ਕੁਛ ਸੰਸਾਰ ਹੀ ਅਧੂਰਾ ਹੈ। ਸ਼ਬਦ ਜਿਹੜਾ ਸਾਡਾ ਸ਼ਬਦ ਅਸੀਂ ਕਹਿੰਦੇ ਹਾਂ, ਜਿਹਦਾ ਸਿਮਰਨ ਕਰਦੇ, ਉਹ ਵੀ ਤਾਂ ਸੰਗੀਤ ਹੀ ਹੈ ਬੇਸਿਕਲੀ ਜੀ। ਜਿਹੜਾ ਸਾਡਾ ਹਾਰਟ ਬੀਟ ਲੈ ਆ, ਉਹ ਵੀ ਸੰਗੀਤ ਹੈ। ਥੋੜ੍ਹਾ ਜਿਹਾ ਇੱਥੇ ਟੁੱਟ ਜਿਹਾ, ਥੋੜ੍ਹਾ ਜਿਹਾ ਕਹਿੰਦੇ ECG ਠੀਕ ਨਹੀਂ ਆ ਰਹੀ ਕਿ ਹਾਰਟ ਬੀਟ ਇਰਰੈਗੂਲਰ ਹੋ ਗਈ ਹੈ, ਉਹ ਖਤਮ ਹੈ, ਨਹੀਂ ਹੋਏਗਾ, ਹੈ ਨਾ। ਇਸ ਕਰਕੇ ਇਹ ਤਾਂ ਸਾਡਾ ਜੀਵਨ ਕੀ ਸਾਡਾ ਹੈ ਹੀ ਸਭ ਉਹਦੇ 'ਤੇ ਆਧਾਰਿਤ ਹੈ, ਸਾਰਾ ਸੰਗੀਤ 'ਤੇ ਆ। ਜਿੱਦਾਂ ਤੁਸੀਂ ਦੱਸਿਆ ਤੁਹਾਡਾ ਆਪਰੇਸ਼ਨ ਵੀ ਹੋਇਆ ਹੈ ਨਾ, ਰੋਜ਼ ਹੱਲੇ ਵੀ ਗਾਉਂਦੇ ਹੋ, ਲਾਈਵ ਹੁੰਦੇ ਹੋ, ਘੰਟੇ ਪੌਣੇ ਘੰਟੇ ਦਾ ਲਾਈਵ ਕਰਦੇ ਹੋ। ਆਪਰੇਸ਼ਨ ਦੇ ਦਿਨਾਂ 'ਚ ਵੀ ਡਾਕਟਰ ਬਹੁਤ ਸਾਰੀਆਂ ਫੂਡ 'ਤੇ ਪਾਬੰਦੀਆਂ ਲਾ ਦਿੰਦੇ, ਆਹ ਨਹੀਂ ਖਾਣਾ, ਆਹ ਖਾਣਾ, ਹੈ ਨਾ, ਡਾਕਟਰਸ ਕਹਿ ਦਿੰਦੇ ਆ। ਔਰ ਜਦ ਕਿ ਕਦੇ ਗਲੇ ਨੂੰ ਠੀਕ ਰੱਖਣ ਦੇ ਲਈ ਕੁਝ ਚੀਜ਼ਾਂ ਦੀ ਜ਼ਰੂਰਤ ਵੀ ਹੁੰਦੀ ਹੈ, ਅਤੇ ਉੱਦਾਂ ਨੋਰਮਲ ਰਿਆਜ਼ ਦੇ ਲਈ ਵੀ ਕੋਈ ਫੂਡ ਤੁਹਾਨੂੰ ਮਨਾ ਕੀਤੇ ਜਾਂਦੇ ਆ ਕਿ ਤੁਹਾਡਾ ਗਲਾ ਇੰਨਾ ਖਰਾਬ ਰਹੂਗਾ, ਇੰਨਾ ਠੀਕ ਰਹੂਗਾ। ਫਿਰ ਉਹ ਮੈਨੇਜਮੈਂਟ ਕਿੱਦਾਂ ਹੋਈ ਤੁਹਾਡੀ ਉਦੋਂ ਤੋਂ ਲੈ ਕੇ ਹੁਣ ਤੱਕ? ਮੈਂ ਉਦੋਂ ਤੋਂ ਇਹ ਸੀ ਨਾ ਕਿ ਮਤਲਬ ਠੀਕ ਨਾ ਹੋਣ ਕਰਕੇ ਤਾਂ ਡਾਕਟਰ ਇਹੀ ਕਹਿੰਦੇ ਲਾਈਟ ਫੂਡ ਲੈਣਾ। ਉਹਦੇ ਵਿੱਚ ਇਹ ਸੀ ਕਿ ਜਿਸ ਤਰ੍ਹਾਂ ਕੁਝ ਹਰੀਆਂ ਸਬਜ਼ੀਆਂ ਕੁਛ ਲੈ ਰਹੀਆਂ, ਦੁੱਧ ਲੈ ਲਿਆ, ਦੁੱਧ ਹਲਦੀ ਪਾ ਕੇ ਮੈਂ ਸ਼ਾਮੀ ਥੋੜ੍ਹਾ ਲੈਂਦਾ ਸੀ ਬਸ, ਅਤੇ ਬਾਕੀ ਰੂਟੀਨ 'ਚ 1-2 ਫੁਲਕਾ ਖਾਣਾ, ਬਾਕੀ ਹੋਰ ਕੁਛ ਨਹੀਂ ਹੈ। ਪਰ ਉਸ ਤੋਂ ਇਲਾਵਾ ਤਾਂ ਜੋ ਮਰਜ਼ੀ ਖਾਈਦਾ, ਕੋਈ ਦਿੱਕਤ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਨਹੀਂ। ਉਹ ਸ਼ੁਰੂ 'ਚ ਇੱਦਾਂ ਲੱਗਦਾ, ਲੇਕਿਨ ਇਹ ਕਿ ਤੁਸੀਂ ਇੱਕ ਵਾਰੀ ਜਦੋਂ ਤੁਸੀਂ ਰਿਆਜ਼ ਕਰਦੇ ਰਹਿੰਦੇ ਹੋ ਨਾ, ਫਿਰ ਜੋ ਮਰਜ਼ੀ ਖਾਓ, ਫਿਰ ਗਲੇ 'ਤੇ ਅਸਰ ਨਹੀਂ ਹੁੰਦਾ ਜੀ। ਉਹ ਗਲਾ ਪੱਕ ਜਾਂਦਾ ਜਦੋਂ, ਅਤੇ ਫਿਰ ਨਹੀਂ ਹੁੰਦਾ, ਯੂਜ਼ ਟੂ ਹੋ ਜਾਂਦਾ ਬੰਦਾ ਜੀ। ਸਰ, ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਵੇਲਾ ਇੱਕ ਬ੍ਰੇਕ ਦਾ, ਤੇ ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਪ੍ਰੋਗਰਾਮ ਇੱਕ ਮੁਲਾਕਾਤ। ਸਟੂਡੀਓ ਵਿੱਚ ਆਏ ਹੋਏ ਨੇ ਰਜੇਸ਼ ਭਗਤ, ਜੋ ਕਿ ਸੰਗੀਤ ਨੂੰ ਪੂਜਦੇ ਹਨ ਔਰ ਕਰੋਨਾ ਦੇ ਦੌਰਾਨ ਤੇ ਹੁਣ ਤੱਕ ਵੀ ਉਹ ਹਰ ਰੋਜ਼ ਆਪਣੀ ਫੇਸਬੁੱਕ ਤੇ ਲਾਈਵ ਹੋ ਕੇ ਅਨੇਕਾਂ ਹੀ ਲੋਕਾਂ ਦੇ ਦਿਲਾਂ ਦੇ ਉੱਤੋਂ, ਦਿਮਾਗ ਦੇ ਉੱਤੋਂ ਸਟ੍ਰੈਸ ਨੂੰ ਦੂਰ ਕਰਕੇ ਖੁਸ਼ਹਾਲੀ ਭਰਦੇ ਨੇ। ਤੇ ਰਜੇਸ਼ ਭਗਤ ਸਾਹਿਬ, ਤੁਸੀਂ ਅਗਲਾ ਗਾਣਾ ਕਿਹੜਾ ਸੁਣਾ ਰਹੇ ਹੋ? ਮੈਂ ਇੱਕ ਪੰਜਾਬੀ ਗੀਤ ਹੈ ਜੀ, ਮੈਂ ਫਿਲਮ ਡੇਰਾ ਆਸ਼ਕਾਂ ਦਾ ਵਿੱਚੋਂ ਗੀਤ ਹੈ, ਮੈਂ ਜੀ ਸ਼ਬਾਬ ਲਾਵਲਪੁਰੀ ਸਾਹਿਬ ਦਾ ਲਿਖਿਆ, ਮੈਂ ਸੁਣਾ ਰਿਹਾ। ਇੱਕ ਇੱਕ ਅੱਖ ਤੇਰੀ 1.25 ਲੱਖ ਦੀ, ਇੱਕ ਇੱਕ ਅੱਖ ਤੇਰੀ 1.25 ਲੱਖ ਦੀ, ਪਲਕਾਂ 'ਚ ਹੁਸਨਾ ਦੀ ਅੱਗ ਭਖਦੀ, ਇੱਕ ਇੱਕ ਅੱਖ ਤੇਰੀ 1.25 ਲੱਖ ਦੀ, ਮੋਤੀ ਜਿਹੇ ਦੰਦਾਂ ਨੇ ਪੰਜਾਬ ਲੁੱਟਿਆ, ਹਾਸਿਆਂ 'ਚ ਤੇਰੇ ਨੀ ਕਸ਼ਮੀਰ ਡੁੱਬਿਆ, ਚਾਹੇ ਤੇ ਬਣਾਵੇਂ ਤੂੰ, ਚਾਹੇ ਤੇ ਬਣਾਵੇਂ ਤੂੰ ਤਕਦੀਰ ਕੱਖ ਦੀ, ਇੱਕ ਇੱਕ ਅੱਖ ਤੇਰੀ 1.25 ਲੱਖ ਦੀ। ਬਹੁਤ ਖੂਬ। ਭਗਤ ਸਾਹਿਬ ਦੇਖਣ ਚ ਆਉਂਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਸਾਰਾ ਕੁਝ ਲਾਈਵ ਰਿਕਾਰਡਿੰਗਸ ਹੁੰਦੀਆਂ ਸੀ, ਹੈ ਨਾ। ਮਿਊਜ਼ੀਸ਼ੀਅਨਸ ਵੀ ਉੱਥੇ ਹੁੰਦੇ ਸੀ, ਸਿੰਗਰਸ ਵੀ ਉੱਥੇ ਹੁੰਦੇ ਸੀ, ਔਰ ਜੇ ਇੱਕ ਅੱਧੀ ਲਾਈਨ ਖਰਾਬ ਹੋ ਜਾਣੀ ਸਾਰਾ ਦੁਬਾਰਾ ਗਾਉਣਾ ਪੈਣਾ ਜੀ 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 ਪੂਰਾ। ਤੇ ਹੁਣ ਮਿਊਜ਼ਿਕ ਹਾਰਮੋਨੀਅਮ ਵਾਲਾ ਹਾਰਮੋਨੀਅਮ ਚਲ ਗਿਆ ਵਜਾ ਕੇ, ਢੋਲਕੀ ਵਾਲਾ ਢੋਲਕੀ ਵਜਾ ਕੇ ਚਲ ਗਿਆ, ਸਿੰਗਰ ਵੱਖਰਾ ਆ ਕੇ ਚਲ ਗਿਆ। ਇਹ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਨਾਲ ਗਾਇਕੀ ਤੇ ਕੋਈ ਫਰਕ ਪਿਆ ਜਾਂ ਟੈਕਨੋਲੋਜੀ ਨੇ ਸਮਾਂ ਵਧੀਆ ਕਰ ਦਿੱਤਾ? ਨਹੀਂ, ਫਰਕ ਬਹੁਤ ਪਿਆ ਜੀ, ਫਰਕ ਬਹੁਤ ਪਿਆ ਹੈ। ਕਿ ਉਦੋਂ ਕੀ ਸੀ ਕਿ ਸਿੰਗਲ ਟਰੈਕ ਰਿਕਾਰਡਿੰਗਾਂ ਸੀ, ਮਤਲਬ ਸਿੰਗਲ ਟਰੈਕ ਦਾ ਮਤਲਬ ਇਹ ਸੀ ਕਿ ਮਿਊਜ਼ੀਸ਼ੀਅਨ 200 250 300 ਵੀ ਹੁੰਦਾ ਸੀ। ਜਿਹੜਾ ਇੱਕ ਵਾਇਲਨ ਗਰੁੱਪ, ਜਿਹੜਾ ਵਾਇਲਨ ਵੱਜਦੀ ਹੈ, ਜਿਹੜਾ ਕਿ ਉਹਨੂੰ ਰੀੜ੍ਹ ਦੀ ਹੱਡੀ ਕਿਹਾ ਗਿਆ ਫਿਲਮ ਮਿਊਜ਼ਿਕ ਨੂੰ, ਉਹਦੇ ਵਿੱਚ 100 ਵਾਇਲਨ, 150 ਬੰਦੇ ਇੱਕੋ ਹੀ ਪੀਸ ਵਜਾ ਰਹੇ ਨੇ, 100 ਬੰਦੇ ਬੈਠੇ ਨੇ ਔਰ ਇੱਕੋ ਹੀ ਪੀਸ ਵਜਾ ਰਹੇ ਨੇ। ਦੇਖ ਲਓ ਕਿ ਉਹਨਾਂ ਦੀ ਪੇਮੈਂਟ ਕਿੰਨੀ ਹੁੰਦੀ ਸੀ, ਉਹਦੇ ਬਾਵਜੂਦ ਵੀ ਇੰਨੀ ਮਿਹਨਤ ਹੁੰਦੀ ਜੀ। ਜੇ ਸਿਤਾਰ ਦਾ ਪੀਸ ਹੈ ਤੇ 10 17 ਇਕੱਠੀਆਂ ਵੱਜ ਰਹੀਆਂ, ਤਬਲੇ 10 15 ਇਕੱਠੇ ਵੱਜ ਰਹੇ ਨੇ, ਔਰ ਕਈ ਜਿਹੜੇ ਨੇ ਕੋਈ ਲੱਕੜੀ ਖਾਲੀ, ਲక్ష్ਮੀਕਾਂਤ ਪੈਰਲਾ ਦੇ ਗਰੁੱਪ, ਉਹ ਇੱਦਾਂ ਲੱਕੜੀ ਇਕੱਲੀ ਵਜਾ ਰਿਹਾ, ਉਹਦਾ ਵੀ ਇੰਪੈਕਟ ਹੈ। ਤੇ ਉਹ ਚੀਜ਼ ਸੀ ਕਿ ਉਹ ਸਾਰਾ ਹੀ ਫਲੇਵਰ ਉਹਦੇ ਵਿੱਚ ਆਰਕੈਸਟਰਾ ਦਾ ਹੁੰਦਾ ਸੀ। ਉਹ ਇਹਦੇ 'ਚ ਤੇ ਇਹ ਹੈ ਨਾ ਕਿ ਹੁਣ ਕਿ ਕੋਈ ਜੇ ਹੁਣ ਵਜਾ ਗਿਆ, ਕੋਈ ਸਰੰਗੀ ਵਜਾ ਰਿਹਾ, ਤਾਂ ਉਹ ਸਰੰਗੀ ਹੀ ਤੁਹਾਨੂੰ ਇਕੱਲੀ ਨਜ਼ਰ ਆ ਰਹੀ ਹੈ। ਅਗਲਾ ਜਿਹੜਾ ਇੰਸਟਰੂਮੈਂਟ ਬਾਅਦ 'ਚ ਆਇਆ, ਉਹਦੇ ਵਿੱਚ ਸਾਰਾ ਹੀ ਫਲੇਵਰ ਜਿਹੜਾ ਮਿਕਸ ਹੁੰਦਾ ਸੀ। ਉਹਦੇ 'ਚ ਕੰਬੀਨੇਸ਼ਨ ਕੀ ਹੁੰਦਾ ਸੀ ਕਿ ਜਿਸ ਤਰ੍ਹਾਂ ਇੰਟਰਲੂਡ ਲਏ ਗਏ ਨੇ, ਉਹ ਅਲੱਗ-ਅਲੱਗ ਜਿੱਦਾਂ 3-4 ਉਹ ਜਿਹੜੇ ਇੰਸਟਰੂਮੈਂਟ ਦੇ ਹੁੰਦੇ ਸੀ, ਉਹ ਮਜਬੂਰੀ ਇਹ ਹੁੰਦੀ ਸੀ ਕਿ 3-4 ਮਿਊਜ਼ੀਸ਼ੀਅਨ ਇੱਕੋ ਮਾਈਕ 'ਤੇ ਬੈਠੇ ਨੇ, ਮਾਈਕ ਘੱਟ ਨੇ, ਮਿਊਜ਼ੀਸ਼ੀਅਨ ਜ਼ਿਆਦਾ। ਉਹ ਕੀ ਹੁੰਦਾ ਕਿ ਜਿੱਦਾਂ ਮੈਂਡੋਲੀਅਨ ਵਾਲਾ ਬੈਠਾ, ਮੈਂਡੋਲੀਅਨ ਦਾ ਪੀਸ ਆ ਗਿਆ, ਉਹਨੇ ਵਜਾ ਲਿਆ, ਤੇ ਸ਼ਹਿਨਾਈ ਵਾਲਾ ਚੁੱਪ ਬੈਠਾ ਹੈ, ਜਦੋਂ ਉਹਦਾ ਆ ਗਿਆ ਉਹਨੇ ਉਸੇ ਮਾਈਕ 'ਤੇ ਸ਼ਹਿਨਾਈ ਵਜਾਣੀ ਹੈ। ਯਾਨੀ ਕਿ ਉਹਦੇ 'ਚ ਕੀ ਸੀ, ਕੁਛ ਜਿਹੜੇ ਕੰਬੀਨੇਸ਼ਨ ਬਣਦੇ ਸੀ ਕਿ ਫਲੂਟ ਔਰ ਸੈਕਸੋਫੋਨ ਇਕੱਠੇ ਵੱਜ ਰਹੇ ਨੇ, ਉਹ ਕੰਬੀਨੇਸ਼ਨ ਨਾਲ ਉਹ ਮੈਲੋਡੀ ਆਉਂਦੀ ਸੀ। ਉਹਦੇ ਵਿੱਚ ਕੀ ਹੁੰਦਾ ਸੀ ਕਿ ਜਿੱਦਾਂ ਜਿੱਦਾਂ ਰਿਹਰਸਲ ਹੁੰਦੀ ਸੀ ਗਾਣੇ ਦੀ, ਉਹ ਜਿੰਨੀ ਵਾਰੀ ਹੁੰਦਾ ਸੀ ਨਾ, ਤੁਸੀਂ ਕਿਹਾ ਜਿੱਦਾਂ ਕੋਈ ਗਲਤੀ ਕਰ ਗਿਆ ਤੇ ਸ਼ੁਰੂ ਤੋਂ ਵੱਜਦਾ ਸੀ ਗਾਣਾ, ਉਹਦੇ ਨਾਲ ਕੀ ਹੁੰਦਾ ਸੀ ਕਿ ਹਰ ਗਾਣਾ ਜਿਹੜਾ ਉਹ 15-20 ਵਾਰੀ ਵੱਜਦਾ ਸੀ, ਇੰਨੇ ਵਾਰੀ, ਕਿਉਂਕਿ ਰੀਟੇਕ ਹੁੰਦਾ ਸੀ, ਕਿਉਂਕਿ ਗਲਤ ਹੋ ਗਿਆ। ਉਹਦੇ ਨਾਲ ਕੀ ਹੈ ਕਿ ਸਾਰੇ ਹੀ ਮਿਊਜ਼ੀਸ਼ੀਅਨ ਪੋਲਿਸ਼ ਹੁੰਦੇ ਸੀ, ਸਿੰਗਰ ਵੀ ਗਾ ਕੇ ਪੋਲਿਸ਼ ਹੁੰਦਾ ਸੀ, ਗਾਣਾ ਨਿਖਰਦਾ ਸੀ। ਔਰ ਫਾਈਨਲ ਟੇਕ ਦੇ ਵਿੱਚ ਵੀ 2-3 ਟੇਕ ਹੁੰਦੇ ਸੀ, ਉਹ ਸਾਰੇ ਲੱਗਦਾ ਕਿ ਸਾਰੇ ਚੰਗੇ ਹੈ ਜੀ, ਹੈ ਨਾ। ਔਰ ਉਸੇ ਟਾਈਮ ਹੀ ਕੀ ਹੁੰਦਾ ਸੀ ਕਿ HMV ਕੰਪਨੀ ਜਿਹੜੀ ਉਦੋਂ ਗ੍ਰਾਮੋਫੋਨ ਕੰਪਨੀ ਜਿਹੜੀ ਕਰਦੀ ਸੀ, ਜਿਹੜੀ ਸਾਰਿਆਂ 'ਤੇ ਰਿਲੀਜ਼ ਕਰਦੀ ਸੀ, ਕੋਈ ਰਿਕਾਰਡ ਬਣਦੇ ਸੀ। ਇੱਕ ਦਿਨ ਜਿਹੜੀ ਸਟੂਡੀਓ 'ਚ ਰਿਕਾਰਡਿੰਗ ਹੋਈ, ਅਗਲੇ ਦਿਨ ਉੱਥੇ ਗ੍ਰਾਮੋਫੋਨ ਦਾ ਕੰਪਨੀ ਦਾ HMV ਦਾ ਸਟੂਡੀਓ ਸੀ ਬੰਬੇ, ਫਿਰ ਸਾਰਾ ਆਰਕੈਸਟਰਾ ਉੱਥੇ ਜਾਂਦਾ ਸੀ ਵਜਾਉਣ ਲਈ ਜੀ। ਉਹਨਾਂ ਨੂੰ ਗਾਣੇ ਓਰੀਜਨਲ ਨਹੀਂ ਸੀ ਦਿੰਦੇ, ਉਹ ਸਾਰਾ ਫਿਰ ਅਗਲੇ ਦਿਨ ਸਾਰੀ ਰਿਕਾਰਡਿੰਗ ਦੁਬਾਰਾ ਉੱਥੇ ਹੁੰਦੀ ਸੀ। ਇਸ ਤਰ੍ਹਾਂ ਕਰ ਕਰਕੇ ਕੀ ਸੀ ਕਿ ਉਹ ਗਾਣੇ ਉਦੋਂ ਪੋਲਿਸ਼ ਹੁੰਦੇ ਸੀ ਤੇ ਸਾਰਾ ਕੁਝ ਵਧੀਆ ਬਣਦਾ ਸੀ, ਮੈਲੋਡੀ ਬਣਦੀ ਸੀ। ਹੁਣ ਕੀ ਹੈ ਕਿ ਮੈਂ ਖੁਦ ਮਿਊਜ਼ਿਕ ਕੀਤਾ, ਮੈਂ ਬੰਬੇ ਜਾ ਕੇ ਵੀ ਕਈ ਐਲਬਮ ਕੀਤੀਆਂ, ਤੇ ਅਸੀਂ ਵੀ ਇੱਦਾਂ ਹੀ ਕਰਦੇ ਹਾਂ ਕਿ ਪਹਿਲੋਂ ਅਸੀਂ ਪ੍ਰੋਗਰਾਮਿੰਗ ਕਰ ਲਈ ਦੀ ਹੈ, ਉਸ ਤੋਂ ਬਾਅਦ ਕਰਕੇ ਸਾਰਾ, ਉਸ ਤੋਂ ਬਾਅਦ ਸਿੰਗਰ ਨੂੰ ਅਲੱਗ ਡੱਬ ਕਰਨਾ ਹੈ, ਔਰ ਜਿਸ ਤਰ੍ਹਾਂ ਇੱਕ ਇੰਸਟਰੂਮੈਂਟ ਵਾਲਾ ਅਲੱਗ ਆ ਗਿਆ, ਤਾਰ ਸ਼ਨਾਈ ਵਾਲਾ ਅਲੱਗ, ਤੇ ਸਾਨੂੰ ਵੀ ਲੱਗਦਾ ਨਹੀਂ ਹੈ ਕਿ ਕੋਈ ਵਧੀਆ ਹੈ, ਕਿਉਂਕਿ ਸਿਰਫ ਮਿਊਜ਼ਿਕ ਡਾਇਰੈਕਟਰ ਨੂੰ ਪਤਾ ਕਿ ਬਣ ਕੀ ਰਿਹਾ ਪ੍ਰੋਜੈਕਟ, ਲੇਕਿਨ ਜਿਹੜੇ ਮਿਊਜ਼ੀਸ਼ੀਅਨ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਹੋ ਕੀ ਰਿਹਾ, ਕੀ ਵੱਜ ਰਿਹਾ।
ਜਦੋਂ ਤੱਕ ਉਹ ਕੰਨ ਰਸ ਨਹੀਂ ਉਹਨਾਂ ਨੂੰ ਆਏਗਾ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ, ਉਦੋਂ ਤੱਕ ਉਹਨਾਂ ਦਾ ਵੀ ਡੈਡੀਕੇਸ਼ਨ ਨਹੀਂ ਵਧੀਆ ਹੋਏਗੀ, ਤਰੀਕੇ ਨਾਲ ਵਜਾਉਣਗੇ। ਸਿੰਗਰ ਨੂੰ ਇਕੱਠੇ ਜਦੋਂ ਆਰਕੈਸਟਰਾ ਉਹ ਡਮਿੰਗ ਹੋ ਜਾਂਦੀ ਹੈ। ਸਿੰਗਰ ਵੀ ਕੀ ਕਰਦਾ ਕਿ ਉਹਦੇ 'ਚ ਵੀ ਅੱਜ ਕੱਲ੍ਹ ਇੱਦਾਂ ਕਿ ਸਿੰਗਰ ਆਇਆ ਅਤੇ ਉਹ ਕਹਿੰਦਾ ਮੈਨੂੰ ਟਰੈਕ ਸੁਣਾਓ ਜੀ, ਟਰੈਕ ਲਗਾਇਆ ਅਤੇ ਸਿੰਗਰ ਕਹਿੰਦਾ ਕਿ 1 ਮਿੰਟ ਮੈਂ ਰਿਹਰਸਲ ਕਰਨਾ, ਕਹਿੰਦੇ ਕਰੋ ਜੀ। ਰਿਹਰਸਲ ਨੇ ਸਟਾਰਟ ਕੀਤੀ ਅਤੇ ਕਰ ਲਈ, ਹਾਂਜੀ ਕਹਿੰਦੇ ਹਾਂ ਕਰੋ ਜੀ ਟੇਕ, ਕਹਿੰਦੇ ਜੀ ਟੇਕ ਹੋ ਗਿਆ, ਟੇਕ ਹੋ ਗਿਆ, ਮੈਂ ਤਾਂ ਜੇ ਡਾਇਰੈਕਟਰ ਕੁਛ ਨਹੀਂ ਕਹਿੰਦੇ ਬਸ ਅਸੀਂ ਕਰ ਲਿਆ, ਬਾਕੀ ਅਸੀਂ ਥੋੜ੍ਹਾ ਜਿਹਾ ਵਿੱਚੋਂ ਕਾਪੀ ਪੇਸਟ ਕਰ ਲਾਂਗੇ। ਕਾਪੀ ਪੇਸਟ ਹੋ ਗਿਆ ਅਤੇ ਉਹਦਾ ਮਤਲਬ ਇਹ ਹੈ ਕਿ ਉਹ ਕਿੱਥੋਂ ਗਾਣਾ ਪੋਲਿਸ਼ ਕਿੱਥੋਂ ਆਏਗਾ ਅਤੇ ਉਹ ਚੀਜ਼ ਉਹ ਗਾਣੇ ਕਿੱਥੋਂ ਬਣ ਗਏ, ਨਹੀਂ ਬਣਨਗੇ, ਹੈ ਨਾ। ਸਮਾਂ ਬਹੁਤ ਥੋੜਾ ਰਹਿ ਗਿਆ ਅਤੇ ਤੁਹਾਡੀ ਇੱਕ ਵਾਰੀ ਆਵਾਜ਼ ਅਸੀਂ ਫੇਰ ਸੁਣਨੀ ਹੈ। महबूबा तेरी तस्वीर किस तरह मैं बनाऊं, तेरी जुल्फों की दास्तां किस तरह मैं सुनाऊं, हो महबूबा तेरी तस्वीर, तेरे लिए कहूँ कोई बात, तेरे लिए सोचूं कोई ना, मैं तो बस दीवाना हो गया, नहीं मेरे बस का ये काम, तेरे जैसा कोई कहीं देखा ना सुना है महबूबा, महबूबा तेरी तस्वीर किस तरह मैं सुनाऊं, ਜੀ ਬਹੁਤ ਖੂਬ ਹੈ। ਜਦੋਂ ਹੈ ਨਾ ਬੰਦੇ ਦਾ ਮਨ ਕਰਦਾ ਹੈ ਕਿ ਜ਼ਿੰਦਗੀ ਦੇ ਵਿੱਚ ਉਹ ਸੰਗੀਤ ਨਾਲ ਜੁੜੇ, ਤੇ ਆਪਾਂ ਪਹਿਲਾਂ ਵੀ ਗੱਲ ਕਰ ਲਈ ਕਿ ਚਲੋ ਹਰ ਬੰਦਾ ਜੁੜਿਆ ਹੀ ਆ, ਸਿੱਧੇ ਨਹੀਂ ਸਿੱਧੇ ਤੌਰ ਤੇ ਜੁੜਿਆ, ਪਰ ਕਈਆਂ ਦੇ ਲਈ ਇਹ ਪ੍ਰੋਫੈਸ਼ਨ ਹੁੰਦਾ ਹੈ, ਕਈਆਂ ਦੇ ਲਈ ਇਹ ਪੈਸ਼ਨ ਹੁੰਦਾ ਹੈ। ਜਦੋਂ ਸੰਗੀਤ ਨੂੰ ਐਜ਼ ਅ ਪ੍ਰੋਫੈਸ਼ਨ ਚੁਣਨਾ ਹੋਵੇ ਫਿਰ ਬੰਦੇ ਨੂੰ ਕਿਸ ਹਿਸਾਬ ਦੇ ਨਾਲ ਸੰਗੀਤ ਨੂੰ ਅਪਣਾਉਣਾ ਚਾਹੀਦਾ? ਪ੍ਰੋਫੈਸ਼ਨ ਚੁਣਨ ਵਾਸਤੇ ਤਾਂ ਪਹਿਲਾਂ ਇਹ ਆ ਕਿ ਪੂਰਾ ਮਰਿਆਦਾ ਦੇ ਨਾਲ ਉਹਨੂੰ ਸਿੱਖਣਾ ਚਾਹੀਦਾ ਸਭ ਤੋਂ ਪਹਿਲਾਂ, ਕਿਉਂਕਿ ਲੰਮੀ ਰੇਸ ਦਾ ਘੋੜਾ ਤੇ ਤਾਂ ਹੀ ਹੁੰਦਾ ਕਿ ਜੇ ਪਹਿਲੋਂ ਪ੍ਰੈਕਟਿਸ ਉਹਦੀ ਮਤਲਬ ਹੋਏਗੀ ਅੱਛੀ ਤਰ੍ਹਾਂ, ਤੁਸੀਂ ਆਪਣਾ ਸੁਰਾਂ ਦੇ ਉੱਤੇ ਕਮਾਂਡ ਤੁਹਾਡੀ ਹੋ ਜਾਏਗੀ, ਔਰ ਕਿਸੇ ਅੱਛੇ ਉਸਤਾਦ ਤੋਂ, ਯਾਨੀ ਕਿ ਤੁਸੀਂ ਆਪਣਾ ਬੇਸ ਤੁਹਾਡਾ ਜਿਹੜਾ ਕਲਾਸੀਕਲ ਹੋਣਾ ਚਾਹੀਦਾ, ਜਿਹਦੇ ਨਾਲ ਕਿ ਤੁਸੀਂ ਹਰ ਵੈਰਾਈਟੀ ਗਾ ਸਕੋ, ਕੁਛ ਵੀ ਗਾ ਸਕੋ, ਤੁਹਾਨੂੰ ਕੁਛ ਵੀ ਕਿਸੇ ਮੂਡ 'ਚ ਵੀ। ਔਰ ਹੁੰਦਾ ਕੀ ਹੈ ਕਿ ਕਈ ਵਾਰੀ ਜਦੋਂ ਅਸੀਂ ਸਿੱਖੇ ਨਹੀਂ ਹੁੰਦੇ ਜਾਂ ਸਾਨੂੰ ਇੱਕ ਸੁਰ ਦੀ ਸਮਝ ਨਹੀਂ ਹੁੰਦੀ, ਉਹ ਫਿਰ ਸਾਡੇ ਗਾਣੇ 'ਚ ਵੀ ਸਾਨੂੰ ਅੰਦਰੋਂ ਡਰ ਲੱਗਦਾ ਰਹਿੰਦਾ ਹੈ, ਸਾਡੇ ਗਾਣੇ 'ਚ ਫਿਰ ਫੀਲ ਨਹੀਂ ਆਉਂਦਾ, ਕਿਉਂਕਿ ਅਸੀਂ ਸਾਰਾ ਸੁਰ 'ਤੇ ਜ਼ੋਰ ਦਿੰਦੇ ਹਾਂ ਕਿ ਕਿਤੇ ਬੇਸੁਰਾ ਨਾ ਹੋ ਜਾ, ਮੈਂ ਕਿਤੇ ਕੋਈ ਦਿੱਕਤ ਨਾ ਹੋ ਜੇ। ਅਤੇ ਜਦੋਂ ਤੁਹਾਨੂੰ ਪਤਾ ਕਿ ਸੁਰ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜਾਂ ਤਾਲ ਦੀ ਨਹੀਂ ਮੈਨੂੰ ਕੋਈ ਦਿੱਕਤ, ਫਿਰ ਤੁਸੀਂ ਉਹ ਗਾਣੇ 'ਚ ਨਾ ਕਿ ਮੂਡ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਗਾਣਾ ਉਹ ਫੀਲ ਕਿੱਦਾਂ ਦੇਣੀ ਹੈ, ਉਹ ਤਾਂ ਹੀ ਤੁਸੀਂ ਦੇ ਸਕਦੇ ਹੋ ਕਿ ਤੁਹਾਡੀ ਪਹਿਲੋਂ ਜੇ ਸੁਰ 'ਤੇ ਤਾਲ 'ਤੇ ਕਮਾਂਡ ਹੋਏਗੀ। ਅਤੇ ਉਹ ਜਿਹੜੇ ਗਾਣੇ 'ਚ ਫੀਲ ਨਹੀਂ, ਫਿਰ ਉਹ ਗਾਣਾ ਵੀ ਫਿੱਕਾ ਫਿੱਕਾ ਲੱਗੇਗਾ। ਉਹ ਗਾਣਾ ਫੀਲ ਦਾ, ਫੀਲ ਨਾਲ ਤੁਸੀਂ ਤਾਂ ਹੀ ਗਾ ਸਕਦੇ ਹੋ ਕਿ ਜੇ ਪ੍ਰੋਪਰ ਤੁਹਾਨੂੰ ਪਹਿਲੋਂ ਸੁਰ 'ਤੇ ਕਮਾਂਡ ਹੋਏਗੀ ਤੁਹਾਡੀ ਅਤੇ ਤਾਲ 'ਤੇ ਕਮਾਂਡ ਹੋਏਗੀ। ਇਸ ਕਰਕੇ ਸਭ ਤੋਂ ਵਧੀਆ ਤਾਂ ਇਹੀ ਹੈ ਕਿ ਸਿੱਖਣ ਤੋਂ ਬਿਨਾਂ ਮੇਰੇ ਖਿਆਲ 'ਚ ਨਹੀਂ ਗਾਉਣਾ ਚਾਹੀਦਾ। ਕਦੇ ਹੋਇਆ ਕਿ ਆਫਿਸ ਦੇ ਵਿੱਚ ਬੜਾ ਟੈਨਸ਼ਨ ਦਾ ਮਾਹੌਲ ਹੈ, ਸਾਰੇ ਦੁਖੀ ਆ, ਅੱਜ ਤਾਂ ਸਾਰਾ ਦਿਨ ਕੰਮ 'ਚ ਹੀ ਲੰਘ ਗਿਆ, ਕਿ ਭਗਤ ਸਾਹਿਬ ਵੀ ਹੁਣ ਤੁਸੀਂ ਗਾਣਾ ਸੁਣਾਓ, ਹੁਣ ਅਸੀਂ ਥੱਕ ਗਏ? ਇਸ ਤਰ੍ਹਾਂ ਹੈ ਕਿ ਮੈਂ ਅਸਲ 'ਚ ਜੋ ਮੈਨੂੰ ਬਚਪਨ ਤੋਂ ਸੀ ਇੱਕ ਨਾ ਮਤਲਬ ਮੇਰਾ ਸੀ ਸ਼ੌਂਕ ਸੀ ਕਿ ਮੈਂ ਚਾਹੁੰਦਾ ਸੀ ਕਿ ਮੈਂ ਪ੍ਰੋਫੈਸ਼ਨਲੀ ਮੈਂ ਸਿੰਗਰ ਹੀ ਬਣਾ। ਮੇਰੇ ਫਾਦਰ ਤਹਿਸੀਲਦਾਰ ਸਨ ਅਤੇ ਉਹ ਚਾਹੁੰਦੇ ਸੀ ਕਿ ਮਤਲਬ ਇਸ ਲਾਈਨ 'ਚ ਨਾ, ਉਹਦਾ ਕਾਰਨ ਸੀ ਉਹ ਕਹਿੰਦੇ ਸੀ ਕਿ ਇਹਦੇ 'ਚ ਮਤਲਬ ਇਹ ਰੁਜ਼ਗਾਰ ਦੀ ਸਮੱਸਿਆ ਕਿ ਤੁਸੀਂ ਪ੍ਰੋਪਰ ਕੋਈ ਪਤਾ ਨਹੀਂ ਕਿ ਇਸ ਕਾਮਯਾਬ ਹੋਣਾ ਕਿ ਨਹੀਂ, ਅਤੇ ਉਹ ਚਾਹੁੰਦੇ ਸੀ ਕਿ ਤੁਸੀਂ ਪਹਿਲਾਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਓ, ਉਸ ਤੋਂ ਬਾਅਦ ਜੋ ਮਰਜ਼ੀ ਕਰਿਓ।
ਤੇ ਮੈਂ ਇਹ ਸੋਚਦਾ ਸੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਪ੍ਰਮਾਤਮਾ ਹੀ ਕੋਈ ਮਾਹੌਲ ਦੇ ਦੇ, ਤੇ ਕੁਦਰਤੀ ਮੈਂ ਦੂਰਦਰਸ਼ਨ 'ਚ ਜੁਆਇਨ ਕਰ ਲਿਆ। ਤੇ ਫਿਰ ਮੈਨੂੰ ਲੱਗਾ ਕਿ ਮੈਨੂੰ ਤਾਂ ਮਹਿਕਮਾ ਹੀ ਉਹ ਮਿਲ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਕੀ, ਮੇਰਾ ਰਿਕਾਰਡਿੰਗ ਇੰਜੀਨੀਅਰ, ਮੇਰੀ ਡਿਊਟੀ ਵੀ ਉੱਥੇ ਲੱਗੀ ਕਿ ਜਿਹੜੇ ਜਿੰਨੇ ਵੀ ਸੀ ਤੁਹਾਡੇ ਅੱਛੇ ਸਿੰਗਰ ਸਾਰੇ, ਮੈਂ ਇੱਥੇ ਦੂਰਦਰਸ਼ਨ ਜਲੰਧਰ ਮੈਂ ਰਿਕਾਰਡਿੰਗ ਇੰਜੀਨੀਅਰ ਸੀ, ਸਾਰਿਆਂ ਨੂੰ ਮੈਂ ਕਰਦਾ ਰਿਹਾ, ਮਿਲਦਾ ਰਿਹਾ, ਉਹਨਾਂ ਦੀ ਰਿਕਾਰਡਿੰਗਾਂ ਕੀਤੀਆਂ। ਤੇ ਉਸ ਤੋਂ ਬਾਅਦ ਇਹ ਕਿ ਜਦੋਂ ਮੈਂ ਹੁਣ ਰੇਡੀਓ ਦੇ ਵਿੱਚ ਆਇਆ, ਮੈਂ ਤੇ ਰੇਡੀਓ ਦੇ ਵਿੱਚ ਇਹ ਹੈ ਕਿ ਸਾਡਾ ਉੱਥੇ ਜਿਹੜਾ ਸਟੂਡੀਓ ਹੈ, ਉਹ ਮੇਰਾ ਜਿਹੜਾ ਆਫਿਸ ਹੈ ਉਹਦੇ ਦਰਵਾਜ਼ੇ ਦੇ ਸਾਹਮਣੇ ਸਟੂਡੀਓ ਹੈ। ਸਟੂਡੀਓ ਤੇ ਮੈਂ ਕੀ ਕਰਦਾ ਕਿ ਜਦੋਂ ਮੈਂ ਕੰਮ ਤੋਂ ਬੋਰ ਹੋ ਜਾਂਦਾ ਤੇ ਅਸੀਂ ਉਹਦੇ ਵਿੱਚ ਸਾਊਂਡ ਸਿਸਟਮ ਬੜਾ ਵਧੀਆ ਰੱਖਿਆ। ਅੱਛਾ। ਤੇ ਉਹਦੇ 'ਚ ਅਸੀਂ ਕੀ ਕਰਦੇ ਹਾਂ, ਤੇ ਮਾਈਕ ਜਿਹੜਾ ਉਠਾਇਆ ਤੇ ਉੱਥੇ ਗਾਣ ਲੱਗ ਪਏ, 1-2 ਘੰਟਾ ਗਾ ਕੇ ਡੇਲੀ ਤਕਰੀਬਨ ਹੁੰਦਾ, ਗਾ ਕੇ ਫਿਰ ਆ ਕੇ ਜਿੱਦਾਂ ਕੋਈ ਆਫਿਸ ਤੋਂ ਫੋਨ ਆਇਆ ਜਾਂ ਮੇਲ ਆਈ, ਚੈੱਕ ਕਰ ਲਈ, ਫਿਰ ਆਪਣਾ ਕੰਮ ਕੀਤਾ ਜੀ। ਤੇ ਉਹ ਆਫਿਸ ਦੇ ਵਿੱਚ ਵੀ ਗਾਣੇ ਦਾ ਮਾਹੌਲ ਹੈ। ਜਦੋਂ ਗੱਡੀ ਦੇ ਵਿੱਚ ਮੈਂ ਬੈਠਦਾ ਉੱਥੇ ਵੀ ਕੋਈ ਨਾ ਕੋਈ ਮਿਊਜ਼ਿਕ ਲਗਾਉਣਾ ਜਾਂ ਲਗਾ ਕੇ ਕਈ ਵਾਰੀ ਗਾ ਵੀ ਲੈਣਾ। ਚਲਦੇ ਚਲਦੇ ਪਤਾ ਕਿ ਜਾ ਰਹੇ ਹਾਂ ਹੁਣ ਅੱਧਾ ਪੌਣਾ ਘੰਟਾ ਜਾਂ ਜਰਨੀ ਹੈਗੀ, ਘਰ ਜਾਣਾ। ਉਸ ਤੋਂ ਬਾਅਦ ਘਰ ਵੀ, ਤੇ ਇਸ ਕਰਕੇ ਉਹ ਸਾਰਾ ਮਤਲਬ ਮਾਹੌਲ ਹੀ। ਦਫ਼ਤਰ 'ਚ ਵੀ ਸਾਡੇ ਕੁਛ ਐਸੇ ਜਿਹੜੇ ਸਾਡੇ ਸਟਾਫ ਮੈਂਬਰ ਜੋ ਇੰਜੀਨੀਅਰ ਨੇ, ਜਿਹੜੇ ਉਹ ਨਹੀਂ ਮਤਲਬ ਮਿਊਜ਼ਿਕ ਫੀਲਡ 'ਤੇ, ਮੈਨੂੰ ਸੁਣ ਕੇ ਉਹ ਵੀ ਗਾਣ ਲੱਗ ਪਏ ਨੇ। ਤੇ ਜਾਂਦੇ ਜਾਂਦੇ ਕੋਈ ਮੈਸੇਜ ਮੇਰਾ ਇਹੀ ਹੈ ਕਿ ਇੱਕ ਤੇ ਦੇਖੋ, ਬੜੇ ਗੁਲਾਮ ਅਲੀ ਖਾਨ ਸਾਹਿਬ ਬੜੇ ਬੜੇ ਉਸਤਾਦ ਸੀ, ਉਹ ਕਹਿੰਦੇ ਹੁੰਦੇ ਸੀ ਕਿ ਜੇ ਦੁਨੀਆ ਦੇ ਹਰ ਘਰ 'ਚੋਂ ਇੱਕ ਬੱਚਾ ਸੰਗੀਤ ਸਿੱਖੇ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਵਰਲਡ ਵਾਰ ਜਾਂ ਇਸ ਤਰ੍ਹਾਂ ਦੀਆਂ ਲੜਾਈਆਂ ਦਾ ਨਾਂ ਨਹੀਂ ਹੋਏਗਾ, ਨਾਮੋ ਨਿਸ਼ਾਨ ਨਹੀਂ ਹੋਏਗਾ। ਵਾਹ। ਮਤਲਬ ਇੱਕ ਸ਼ਾਂਤੀ ਹੋਏਗੀ, ਕਿਉਂਕਿ ਉਹਨੇ ਇੱਕ ਨੇ ਜਿਹਨੇ ਉਹ ਜਿਹੜਾ ਸੰਗੀਤ ਨਾਲ ਪ੍ਰੇਮ ਕਰਦਾ, ਉਹ ਕੋਈ ਗਲਤ ਕੰਮ ਨਹੀਂ ਕਰੇਗਾ, ਬੇਈਮਾਨੀ ਨਹੀਂ ਕਰੇਗਾ, ਧੋਖਾ ਨਹੀਂ ਕਰੇਗਾ, ਉਹ ਕੂਲ ਮਾਈਂਡਡ ਹੋਏਗਾ। ਤੇ ਉਹਨੇ ਬਾਕੀ ਸਾਰੇ ਜੀਆਂ ਨੂੰ, 7-8 ਜੀਆਂ ਨੂੰ ਉਹਨੇ ਖੁਦ ਹੀ ਸੰਭਾਲ ਲੈਣਾ। ਇੱਕ ਬੱਚਾ ਵੀ ਘਰ 'ਚ ਇਸ ਤਰ੍ਹਾਂ ਦਾ ਹੋ ਗਿਆ। ਤੇ ਇਸ ਕਰਕੇ ਸੰਗੀਤ ਸਿੱਖਣਾ ਚਾਹੀਦਾ, ਸੰਗੀਤ ਨਾਲ ਜੁੜਨਾ ਚਾਹੀਦਾ, ਕਿਉਂਕਿ ਅਸੀਂ ਕਈ ਵਾਰ ਹੁੰਦਾ ਅਸੀਂ ਯੋਗਾ ਕਰਦੇ ਹਾਂ, ਯੋਗਾ ਦੇ ਵਿੱਚ ਅਸੀਂ ਕਹਿੰਦੇ ਓਮ ਲਗਾਣੇ, ਓਮ, ਲੇਕਿਨ ਉਹ ਓਮ ਜਿਹੜਾ ਬਿਨਾਂ ਕਿਸੇ ਮਾਹੌਲ ਤੋਂ ਲੱਗਣਾ, ਇੱਕ ਓਮ ਜਿਹੜਾ ਤੁਸੀਂ ਤਾਨਪੁਰੇ ਨਾਲ ਲਗਾਉਣਾ, ਉਹ 'ਚ ਬੜਾ ਫਰਕ ਹੈ। ਇਹ ਤੁਹਾਨੂੰ ਗੰਧਰਵ ਜਿਹੜਾ ਉਹ ਜਿਹੜਾ ਹੈਗਾ, ਸਮਝ ਲਓ ਕਿ ਤੁਹਾਡੀ ਸੁਰ ਜਿਹੜੀ ਉੱਪਰ ਮਿਲਦੀ ਹੈ ਨਾ। ਇਸ ਕਰਕੇ ਮੇਰਾ ਤਾਂ ਇਹੀ ਮੈਸੇਜ ਹੈ ਕਿ ਸੰਗੀਤ ਦੇ ਨਾਲ ਜੁੜ ਕੇ ਅਸੀਂ ਭਗਤੀ ਨਾਲ ਵੀ ਜੁੜ ਸਕਦੇ ਹਾਂ। ਉਸ ਤੋਂ ਇਲਾਵਾ ਅਸੀਂ ਜਿਹੜਾ ਉਹ ਸਾਡੀਆਂ ਜਿਹੜੀਆਂ ਦੂਸਰੇ ਮੁਲਕਾਂ ਨਾਲ ਵੀ ਜਿਹੜੇ ਜਿੱਥੇ ਜਿੱਥੇ ਵੀ ਅਸੀਂ ਸੋਚਦੇ ਹਾਂ ਕਿ ਗਿਲੇ ਸ਼ਿਕਵੇ ਹੁੰਦੇ ਨੇ, ਉਹ ਆਦਾਨ ਪ੍ਰਦਾਨ ਹੁੰਦਾ, ਉਹਦੇ ਨਾਲ ਵੀ ਮਤਲਬ ਇਹ ਚੀਜ਼ ਜਿਹੜੀ ਇਹ ਚੀਜ਼ਾਂ ਮਤਲਬ ਜਿਹੜੀਆਂ ਉਹ ਖਤਮ ਹੁੰਦੀਆਂ। ਤੇ ਸਭ ਤੋਂ ਜ਼ਰੂਰੀ ਹੈ ਕਿ ਸੰਗੀਤ ਨਾਲ ਜੁੜਨਾ। ਸੰਗੀਤ ਨਾਲ ਜੁੜਨ ਦਾ ਮਤਲਬ ਕਿ ਅਸੀਂ ਸਭ ਚੀਜ਼ ਨਾਲ ਜੁੜ ਕੇ, ਕੁਦਰਤ ਨਾਲ ਜੁੜ ਕੇ। ਵਾਹ। ਉਹ ਹੈ ਮੇਰਾ ਹੀ ਹੈ ਕਿ ਅੱਛਾ ਲੱਗਿਆ ਗੱਲਬਾਤ ਕਰਕੇ, ਕਿਉਂਕਿ ਆਪਾਂ ਆਮ ਤੌਰ 'ਤੇ ਗਾਇਕ ਆਉਂਦੇ ਨੇ, ਗੱਲਬਾਤ ਕਰਦੇ ਹਾਂ, ਹੈ ਨਾ, ਤੇ ਹਰ ਤਰੀਕੇ ਦਾ ਸਿੰਗਰ ਹੈ ਜ਼ਿੰਦਗੀ ਦੇ ਵਿੱਚ ਮਿਲਦਾ ਤੁਹਾਨੂੰ। ਕੁਝ ਸਿੰਗਰ ਮਿਲਦੇ ਨੇ ਜੋ ਚਲੋ ਕੰਮ ਦੇ ਲਈ, ਕਮਾਉਣ ਦੇ ਲਈ ਗਾਉਂਦੇ ਨੇ, ਉਹ ਵੀ ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀ ਜ਼ਿੰਦਗੀ ਹੈ। ਕੁਝ ਨੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਗਾਉਂਦੇ ਨੇ, ਤੇ ਤੁਸੀਂ ਹੋ ਉਹਨਾਂ ਦੇ ਵਿੱਚੋਂ ਇੱਕ ਜੋ ਪੁੱਜਦੇ ਨੇ। ਤੁਸੀਂ ਆਏ ਪ੍ਰੋਗਰਾਮ 'ਚ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚੈਨਲ 'ਤੇ ਮੈਨੂੰ ਮਾਣ ਬਖਸ਼ਿਆ, ਬੁਲਾਇਆ, ਮੈਂ ਬਹੁਤ ਬਹੁਤ ਸ਼ੁਕਰੀਆ ਮੈਮ, ਥੈਂਕ ਯੂ। ਤੁਸੀਂ ਪੰਜਾਬ ਮੇਲ USA TV ਦੇਖ ਰਹੇ ਹੋ, ਤੇ ਸਾਡਾ YouTube ਚੈਨਲ ਹੈ ਪੰਜਾਬ ਮੇਲ USA TV, ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੇ ਰਾਜੇਸ਼ ਭਗਤ ਹੋਣਾ ਤੋਂ ਕੋਈ ਵੀ ਸਵਾਲ ਪੁੱਛਣਾ ਹੈ ਜਾਂ ਤੁਸੀਂ ਇਹਨਾਂ ਦੇ ਗਾਣੇ ਸੁਣਨੇ ਨੇ, ਤਾਂ ਤੁਸੀਂ ਇਹਨਾਂ ਦੇ Facebook ਤੇ ਜਾ ਕੇ ਵੀ ਗਾਣੇ ਸੁਣ ਸਕਦੇ ਹੋ। ਔਰ ਸਾਡੇ YouTube ਚੈਨਲ ਦੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਰਿਲੇਟਡ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ। ਫਿਲਹਾਲ ਮੈਨੂੰ ਵਰੁਣ ਕੌਰ ਮਾਨ ਨੂੰ ਇੱਥੇ ਹੀ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।